तू साहिब गुणी निधाना, तुमरी महिमा बरन ना साकूं। तू ठाकुर ऊच भगवाना, तू मेरो मेर परबत स्वामी। ओट स्वामी ओट गही मैं तेरी, ना तुम डोलो हो ना हम गिरते। रख लीनी हर मेरी। सतनाम वाहिगुरु साहिब जीओ। चाचरी छंद तव प्रसाद, अरूप है अनूप है अजू है अपू है। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਬਹੁਤ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋ ਔਰ ਅੱਜ ਵੀ ਆਪ ਬਹੁਤ ਭਾਵਨਾ ਦੇ ਨਾਲ ਸ਼ਰਧਾ ਨਾਲ ਜੁੜੇ ਹੋ। ਆਪ ਜੀ ਨੇ ਪ੍ਰਬੰਧਕਾਂ ਪਾਸੋਂ ਆਉਣ ਵਾਲੇ ਸਮਾਗਮਾਂ ਦੀ ਲੜੀ ਬਾਰੇ ਜੋ ਅੱਜ ਰਾਤ ਤੋਂ ਹੀ ਆਰੰਭ ਹੋਣਗੇ ਔਰ ਕੱਲ੍ਹ ਨੂੰ ਲਗਾਤਾਰ 3 ਦਿਨ ਤੱਕ ਇਹ ਅਖੰਡ ਕੀਰਤਨੀ ਸਮਾਗਮ ਚੱਲਣਗੇ। ਹੋਰ ਬੇਅੰਤ ਸਮਾਗਮਾਂ ਦੀ ਲੜੀ ਆਪ ਜੀ ਨੇ ਸਰਵਣ ਕੀਤੀ ਹੈ, ਸਾਰੇ ਪ੍ਰੋਗਰਾਮ ਦੇ ਸਕੈਜੂਲਸ। ਸੋ ਆਓ ਜੀ ਹੁਣ ਸੱਚੇ ਪਾਤਸ਼ਾਹ ਹਜ਼ੂਰ ਜੀ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ, ਜਿਹਨੂੰ ਜਾਪ ਸਾਹਿਬ ਅਸੀਂ ਕਹਿੰਦੇ ਹਾਂ, ਅੰਮ੍ਰਿਤ ਦੀ ਬਾਣੀ, ਅੰਮ੍ਰਿਤ ਵੇਲੇ ਦੀ ਬਾਣੀ, 5 ਬਾਣੀਆਂ ਵਿੱਚੋਂ ਇੱਕ ਬਾਣੀ, ਜਿਹੜੀ ਬਾਣੀ ਅਸੀਂ ਤਕਰੀਬਨ ਪਿਛਲੇ ਦਿਨਾਂ ਤੋਂ ਵਿਚਾਰ ਰਹੇ ਹਾਂ। ਭੁਜੰਗ ਪ੍ਰਿਆਦ ਛੰਦ ਦੀ ਵਿਚਾਰ ਤੋਂ ਬਾਅਦ ਅਗਲਾ ਛੰਦ ਚਾਚਰੀ ਛੰਦ ਦੀ ਆਰੰਭਤਾ ਹੈ ਜੀ। ਬਖਸ਼ੋ ਅਸੀਸ ਇਸ ਛੰਦ ਦੀ ਵਿਚਾਰ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਚਰੀ ਜਿਸ ਤਰ੍ਹਾਂ ਨਾਮ ਤੋਂ ਹੀ ਲੱਗਦਾ ਹੈ ਕਿ ਇਹ ਚਾਰ ਤੇ ਚਰੀ, ਇਹਨੂੰ ਭਾਈ ਕਾਨ ਸਿੰਘ ਨਾਭਾ ਨੇ ਚਰਚਰੀ ਛੰਦ ਕਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 300 ਤੋਂ ਵੀ ਵੱਧ ਛੰਦਾਂ ਦੇ ਵਿੱਚ ਬੇਅੰਤ ਹੀ ਰਚਨਾ ਉਚਾਰੀ ਹੈ ਔਰ ਉਹਦੇ ਵਿੱਚੋਂ ਇਹ ਚਾਚਰੀ ਛੰਦ ਵੀ ਇੱਕ ਹੈ। ਚਰਚਰੀ ਛੰਦ ਭਾਵ ਜਿਸ ਛੰਦ ਦੀ ਚਾਲ ਚੰਚਲ ਹੋਏ ਪਰ ਗਿਣਤੀ ਚਾਲ ਹੀ ਹੋਏ, 4 ਵਾਲੀ ਹੀ ਹੋਏ। 4 4 4 4 ਜਾ ਪਾ ਸਾ ਇਵੇਂ ਚੱਲਦੀ ਹੈ ਇਹਦੀ ਚਾਲ। ਜਿਸ ਤਰ੍ਹਾਂ ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ। ਇਹਨੂੰ ਟੇਢੀ ਚਾਲ ਵੀ ਕਿਹਾ, ਚੰਚਲਤਾ ਚਾਲ ਵੀ ਕਿਹਾ। ਔਰ ਇਸ 4 ਪਦਿਆਂ ਭਾਵ ਕਿ 4 ਅੱਖਰਾਂ ਦੇ ਨਾਲ ਜਿਹੜੀ ਚਾਲ ਹੈ 4 4 4 4 ਚੱਲਣਗੇ, ਜਿਹਨੂੰ ਚੌਪਈ ਵੀ ਅਸੀਂ ਅੱਗੇ ਜਾ ਕੇ ਪੜ੍ਹਾਂਗੇ, ਪਰ ਚੌਪਈ ਦੀ ਚਾਲ ਵੱਖਰੀ ਹੁੰਦੀ ਹੈ। ਇਹ ਚਰਚਰੀ ਹੈ ਜੀ, ਜਿਹਨੂੰ ਚਰਚਰੀ ਨੂੰ ਚਾਚਰੀ ਛੰਦ ਆਖਿਆ ਜਾਂਦਾ ਹੈ। ਤੋ ਪ੍ਰਸਾਦ ਪਾਰਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਹੀ ਇਹ ਉਚਾਰਿਆ ਗਿਆ ਅਤੇ ਤੁਹਾਡੀ ਕਿਰਪਾ ਨਾਲ ਹੀ ਇਹ ਵਿਚਾਰਿਆ ਜਾਏਗਾ। ਹੁਣ ਇਸ ਛੰਦ ਦੀ ਖੂਬਸੂਰਤੀ ਇਹ ਹੈ ਕਿ ਇਹਦੇ ਵਿੱਚ ਇੱਕ ਅੱਖਰ ਬਾਰ-ਬਾਰ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ, ਜਦ ਅਸੀਂ ਨਹੀਂ ਆਖਾਂਗੇ ਤੇ ਸਾਡੇ ਮਨ ਦੇ ਅੰਦਰ ਵਿਸ਼ਵਾਸ ਘਟ ਜਾਏਗਾ, ਨਹੀਂ ਬਣੇਗਾ। ਪਰ ਜੇ ਹੈ ਆਖਾਂਗੇ ਤੇ ਨਹੀਂ ਖਤਮ ਹੋ ਜਾਏਗਾ, ਆਪੇ ਹੀ ਹੈ ਆ ਜਾਏਗਾ। ਜਦ ਅਸੀਂ ਵੱਡਾ ਆਖਾਂਗੇ ਤੇ ਛੋਟਾ ਮੁੱਕ ਜਾਏਗਾ। ਜੇ ਛੋਟਾ ਆਖਾਂਗੇ ਤੇ ਵੱਡਾ ਖਤਮ ਹੋ ਜਾਏਗਾ ਆਪੇ ਹੀ। ਜੇ ਹਾਏ ਕਰਦੇ ਰਹਾਂਗੇ ਤੇ ਫਿਰ ਚੜ੍ਹਦੀ ਕਲਾ ਨਹੀਂ ਆਏਗੀ। ਜੇ ਤੂੰ ਆਖਾਂਗੇ ਤਾਈਓ ਮੈਂ ਖਤਮ ਹੋਏਗੀ। ਇਸੇ ਕਰਕੇ ਇਹ ਛੰਤ ਦੀ ਚਾਲ ਐਸੀ ਹੈ ਕਿ ਉਹਨੂੰ ਹੈ ਪਿੱਛੇ ਅਸੀਂ ਨਮਸਕਾਰ ਕਰਕੇ ਆਏ ਹਾਂ, ਆਦੇਸ਼ ਕਰਕੇ ਆਏ ਹਾਂ, ਨਮਸਤਵੰਗ ਦੇ ਰੂਪ ਦੇ ਵਿੱਚ, ਨਮਸਤਸ ਦੇ ਰੂਪ ਦੇ ਵਿੱਚ ਔਰ ਬਹੁਤ ਰੂਪ ਦੇ ਵਿੱਚ ਨਮੋਸਤ ਵੀ ਆਪਾਂ ਪੜ੍ਹ ਕੇ ਆਏ ਹਾਂ ਇਹ ਅੱਖਰ। ਸੋ ਆਓ ਜੀ, ਇਹ ਚਾਲ ਹੈ ਜੀ। ਅਰੂਪ ਹੈ ਅਨੂਪ ਹੈ, ਬਿੰਦੀ ਹੈ, ਇਸ ਕਰਕੇ ਇਹ ਅਨੁਨਾਸਿਕ ਧੁਨੀ ਹੈ ਵਾਲੀ। ਅਰੂਪ, ਵਾਹਿਗੁਰੂ ਤੇਰਾ ਰੂਪ ਕਿਵੇਂ ਬਿਆਨ ਕਰੀਏ? ਕੋਈ ਇੱਕ ਰੂਪ ਹੋਏ ਤੇ ਦੱਸੀਏ। ਤੇਰੇ ਨਾਮ ਅਨੇਕਾ, ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ ਕਿੰਨੇ ਕਿੰਨੇ, ਕੋਈ ਬਿਆਨ ਨਹੀਂ ਕਰ ਸਕਦਾ। ਦੇਵਤਿਆਂ ਦਰਸ਼ਨ ਕਹਿ ਤਾਈ, ਦੂਖ ਭੂਖ ਤੀਰਥ ਕੀਏ। ਕੋਈ ਕਿਸੇ ਰੂਪ ਨੂੰ ਪਾਉਣ ਵਾਸਤੇ ਤੁਰ ਪਿਆ, ਕੋਈ ਰੂਪ ਬਣਾ ਕੇ ਤੈਨੂੰ ਪਾਉਣ ਵਾਸਤੇ ਤੁਰ ਪਿਆ, ਪਰ ਤੂੰ ਰੂਪ ਹੈ, ਅਨੂਪ ਹੈ। ਉਹ ਅਨ ਉਪਮਾ, ਕੌਣ ਉਪਮਾ ਕਰੇਗਾ? ਵਾਹਿਗੁਰੂ ਪਾਰਬ੍ਰਹਮ ਪਰਮੇਸ਼ਵਰ। ਬਹੁਤ ਆਏ ਇੱਥੇ ਉਪਮਾ ਕਰਨ ਵਾਲੇ। ਇੱਥੋਂ ਤੱਕ ਸਨਕ ਸਨੰਦ ਮਹੇਸ਼ ਸਮਾਣਾ,
ਸੇਖ ਨਾਗ ਤੇਰੋ ਮਰਮ ਨਾ ਜਾਣਾ। ਬੇਅੰਤ ਬੇਅੰਤ ਇੱਥੇ ਉਪਮਾ ਕਰਨ ਆਏ, ਪਰ ਵਾਹਿਗੁਰੂ ਜੀ ਤੂੰ ਅਨੂਪ ਹੈ, ਉਪਮਾ ਤੋਂ ਪਰਾਂ ਹੈ, ਅਜੂ ਹੈ। ਜੂ ਦੇ ਦੋ ਅਰਥ, ਇੱਕ ਤੇ ਜਨਮ, ਜਨਮ ਤੋਂ ਪਰਾਂ, ਜੂ ਦਾ ਮਤਲਬ ਜਨਮ, ਇੱਕ ਜੂ ਦਾ ਮਤਲਬ ਥਾਂ, ਕਿ ਕਿਹੜੀ ਜੂ ਹੈ, ਕਿਹੜੀ ਥਾਂ ਹੈ। ਕਿਸੇ ਥਾਂ ਦੇ ਵਿੱਚ ਤੂੰ ਪੱਕਾ ਨਹੀਂ ਹੈ, ਕਿਹੜੀ ਜੂ ਦਾ ਰਹਿਣ ਵਾਲਾ ਹੈ, ਕਿਹੜੀ ਜੂ ਦਾ ਜਾਇਆ ਹੈ, ਜਨਮ, ਕਿਹੜੀ ਜੂ ਜਿਹਨੂੰ ਕਹਿੰਦੇ ਹੈ ਕਿ ਧਰਤੀ। ਇਹਨੂੰ ਦੋ ਅਰਥਾਂ ਦੇ ਵਿੱਚ ਹੈ। ਪਹਿਲਾਂ ਜਨਮ ਤੋਂ ਪਰਾਂ ਹੈ ਆਜੂ, ਤੇ ਦੂਸਰਾ ਆਜੂ ਦਾ ਮਤਲਬ ਹੈ ਕਿ ਤੇਰੀ ਕੋਈ ਜੂ ਨਹੀਂ, ਕੋਈ ਧਰਤੀ ਨਹੀਂ। ਆ ਭੂ ਹੈ, ਭੂ ਦਾ ਬਹੁਤ ਰੂਪ ਆਇਆ, ਵੈਸੇ ਭਉ ਵੀ ਆਇਆ ਤੇ ਡਰ ਵੀ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਰੂਪ ਤੋਂ ਪਰਾਂ ਹੈ, ਅਨ ਉਪਮਾ, ਉਪਮਾ ਤੋਂ ਪਰਾਂ ਹੈ, ਅਜੂ ਜਨਮ ਤੋਂ ਪਰਾਂ ਹੈ, ਤੇ ਅਭੂ ਭੂਤ, ਜਿਵੇਂ ਪੰਜ ਭੂਤਕ ਸਰੀਰ ਹੈ ਸਾਡਾ, ਇਹਦਾ ਵੀ ਭੂ ਦੂਸਰਾ ਅਰਥ ਆਇਆ ਕਿ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਇਹਨਾਂ ਤਤਾਂ ਤੋਂ ਤੂੰ ਪਰਾਂ ਹੈ ਜੀ। ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ। ਅਲੇਖ ਲੇਖੇ, ਲੇਖੇ ਬਾਝੋਂ, ਸਾਰੇ ਲੇਖਾਂ ਦੇ ਵਿੱਚ ਹੈ, ਪਰ ਵਾਹਿਗੁਰੂ ਤੂੰ ਕਿਸੇ ਲੇਖੇ ਵਿੱਚ ਨਹੀਂ ਆਂਦਾ। ਅਭੇਖ, ਸਾਰੇ ਭੇਖ ਵਾਹਿਗੁਰੂ ਤੁਹਾਡੇ ਵਿੱਚੋਂ ਨਿਕਲੇ ਨੇ, ਪਰ ਤੁਹਾਡਾ ਕੋਈ ਇੱਕ ਭੇਖ ਨਹੀਂ ਜਿਹਦੇ ਤੇ ਕਈ, ਕੋਈ ਨੀਲਾ ਪਾਏ, ਕੋਈ ਕਾਲਾ, ਕੋਈ ਪੀਲਾ, ਕੋਈ ਭਗਵਾ, ਕੋਈ ਚਿੱਟਾ ਪਾਏ, ਕੋਈ ਇੱਥੋਂ ਤੱਕ ਕਿ ਖੱਟਾ ਪਾਏ, ਕੋਈ ਵੀ ਰੰਗ, ਸਾਰੇ ਰੰਗ ਤੁਹਾਡੇ ਵਿੱਚੋਂ ਨਿਕਲੇ ਨੇ, ਪਰ ਤੁਸੀਂ ਅਭੇਖ, ਭੇਖਾਂ ਤੋਂ ਰਹਿਤ ਹੋ। ਅਨਾਮ ਹੈ, ਨਾਮ ਤੁਹਾਡੇ ਹੀ ਨੇ ਸਾਰੇ, ਕੀਰਤਮ ਨਾਮ, ਪਰ ਕੋਈ ਵੀ ਇੱਕ ਨਾਮ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਇਹੀ ਨਾਮ ਤੁਹਾਡਾ ਹੋਏ। ਨਾਮਾਂ ਤੋਂ ਵੀ ਪਰਾਂ ਹੋ। ਅਕਾਮ, ਸਾਰੇ ਇਸ ਧਰਤੀ ਤੇ ਕਾਮਨਾ ਦੇ ਅਧੀਨ ਹੈ। ਕੱਲ੍ਹ ਵੀ ਪੜ੍ਹਿਆ ਸੀ, ਕਾਮਨਾ ਅਧੀਨ ਸਦ ਦਾਮਨਾ ਪ੍ਰਬੀਨ, ਏਕ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ। ਮਨੁੱਖ ਕਾਮਨਾ ਵਿੱਚ ਹੈ, ਦਮੜਿਆਂ ਦੀ ਉਹਦੇ ਉੱਤੇ ਪੂਰਨ ਪਕੜ ਹੈ, ਔਰ ਜੋ ਹੋਣਾ ਚਾਹੀਦਾ ਉਹ ਨਹੀਂ ਹੈ, ਭਾਵਨਾ ਨਹੀਂ ਹੈ। ਪਰ ਵਾਹਿਗੁਰੂ ਐਸੀ ਬਖਸ਼ਿਸ਼ ਹੈ ਕਿ ਤੁਹਾਡੇ ਵਿੱਚ ਕਾਮ ਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਰੋਗ ਨਾ, ਸੋਗ ਨਾ, ਭੋਗ ਨਾ ਭੈ ਹੈ। ਅਕਾਮ, ਕਾਮਨਾ ਤੋਂ ਪਰਾ ਹੋ ਜੀ। ਜਪੋ ਜੀ। ਅਤੇ ਹੈ, ਆਪੇ ਹੈ, ਅਜੀਤ ਹੈ, ਅਪੀਤ ਹੈ। ਧੇ ਦੇ ਵੀ ਦੋ ਅਰਥ ਕੀਤੇ ਨੇ ਜੀ। ਪਹਿਲਾ ਅਰਥ ਜਿਹੜਾ ਧੇ ਦਾ ਕੀਤਾ ਹੋਇਆ ਉਹ ਧਿਆਨ ਵਿੱਚੋਂ ਕੀਤਾ ਹੋਇਆ, ਕਿ ਅਤੇ, ਕਿ ਕੋਈ ਇਕੱਲਾ ਦਾਵਾ ਕਰੇ ਮੈਂ ਧਿਆਨ ਵਿੱਚੋਂ ਤੈਨੂੰ ਪਾਲਾਂਗਾ, ਨਹੀਂ, ਕਦੀ ਵੀ ਧਿਆਨ ਦਾ ਕੋਈ ਦਾਵਾ ਨਹੀਂ ਹੈ। ਕਿਰਪਾ ਦੇ ਨਾਲ ਹੀ ਮਿਲਦਾ ਹੈ ਤੂੰ, ਬਖਸ਼ਿਸ਼ ਨਾਲ ਤੂੰ, ਪ੍ਰਸਾਦ ਗੁਰਪ੍ਰਸਾਦ ਨਾਲ ਹੀ ਮਿਲਦਾ ਹੈ ਤੂੰ। ਇਹ ਖੂਬਸੂਰਤੀ ਹੈ ਪਾਰ ਬ੍ਰਹਮ ਪਰਮੇਸ਼ਵਰ ਦੀ। ਉਹ ਅਤੇ ਹੈ, ਉਹ ਪਰਾਂ ਤੋਂ ਪਰਾਂ ਹੈ। ਵੈਸੇ ਧੇ ਦਾ ਦੂਸਰਾ ਅਰਥ ਜਿਹੜਾ ਕੀਤਾ ਹੋਇਆ ਧੀਰਜ, ਧੀਰਜ ਦਾ ਮਤਲਬ ਹੈ ਟੇਕ, ਕਿ ਸਭ ਨੂੰ ਟੇਕ ਚਾਹੀਦੀ, ਸਭ ਨੂੰ ਆਸਰਾ ਚਾਹੀਦਾ। ਧੇ ਦਾ ਮਤਲਬ ਹੈ ਆਸਰਾ। ਸਾਰੇ ਆਸਰੇ ਲੋਚਦੇ ਫਿਰਦੇ ਆ, ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ। ਗੁਰੂ ਅਰਜੁਨ ਸਾਹਿਬ ਵੀ ਤੇ ਇਹ ਬਚਨ ਕਰਦੇ ਨੇ ਨਾ ਕਿ ਇਸ ਧਰਤੀ ਤੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੂੰ, ਦੁਤੀਏ ਮਤਾ ਦੋਈ ਮਾਨਕ ਪਹੁੰਚਾਵੂੰ, ਤ੍ਰਿਤੀਏ ਮਤਾ ਕਛ ਕਰੂੰ ਉਪਾਇਆ, ਮੈਂ ਸਭ ਕੇ ਛੋੜ ਪ੍ਰਭ ਤੂੰ ਹੀ ਧਿਆਇਆ। ਕਿਸ ਹੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ। ਧੰਨ ਗੁਰੂ ਅੰਗਦ ਸਾਹਿਬ ਜੀ, ਕਿਉਂ ਨਾ ਮਰੀਜਾ ਰੋਏ, ਜਾ ਲਗ ਚਿਤ ਨਾ ਆਵੇ। ਅਤਹਿ, ਅਤਹਿ ਦਾ ਮਤਲਬ ਦੁਨੀਆ ਨੂੰ ਧੇ ਆਸਰੇ ਚਾਹੀਦੇ, ਪਰ ਵਾਹਿਗੁਰੂ ਤੂੰ ਆਸਰੇ ਤੋਂ ਪਰਾਂ ਹੈ। ਦੂਸਰਾ ਅਰਥ ਇਹਦਾ ਧਿਆਨ ਵਾਲਾ ਕੀਤਾ ਹੋਇਆ, ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਨੇ ਜਾਂ ਤਲਵਾੜਾ ਸਾਹਿਬ ਨੇ, ਕਿ ਧਿਆਨ ਦੇ ਵਿੱਚੋਂ ਅਤਹਿ, ਧਿਆਨ ਦੀ ਤੂੰ ਗਤ ਮਿਤ ਵਿੱਚ ਨਹੀਂ ਆਉਂਦਾ। ਕੋਈ ਕਹੇ ਮੈਂ ਧਿਆਨ ਲਾ ਕੇ ਤੈਨੂੰ ਪਾਲਾਂਗਾ, ਪਰ ਅਤਹਿ ਹੈ। ਅਭੇ, ਭੇ ਕਹਿੰਦੇ ਆ ਭੈ, ਕਿਸੇ ਵੀ ਡਰ ਤੋਂ ਤੂੰ ਪਰਾਂ ਹੈ ਵਾਹਿਗੁਰੂ, ਤੈਨੂੰ ਕਿਸੇ ਦਾ ਡਰ ਨਹੀਂ ਹੈ। ਅਜੀਤ, ਤੂੰ ਅਜਿਤ ਹੈ, ਕੋਈ ਤੈਨੂੰ ਜਿੱਤ ਨਹੀਂ ਸਕਦਾ ਆਪਣੇ ਗਿਆਨ ਤੇ ਧਿਆਨ ਦੇ ਨਾਲ। ਇਸੀ ਕਰਕੇ ਜੈਸੇ ਗਿਆਨ ਗਿਆਨ ਕਹੈ, ਗਿਆਨ ਹੂੰ ਨਾ ਹੋਤ ਕਛ, ਜਬ ਲਗ ਗੁਰਦਰਸ ਜਾਏ ਨਾ ਸਮਾਈ ਹੈ। ਇਵੇਂ ਤੈਸੇ ਹੀ ਧਿਆਨ ਧਿਆਨ ਕਹੈ, ਕੋਈ ਧਿਆਨ ਦੇ ਵਿੱਚ ਨਹੀਂ ਪਾ ਸਕਦਾ। ਇਸ ਕਰਕੇ ਇਹੀ ਹੈ, ਅਜੀਤ ਹੈ, ਅਭੀਤ ਹੈ। ਭੀਤ ਕਹਿੰਦੇ ਆ ਡਰ, ਭੈ ਭੀਤ। ਨਾ ਵਾਹਿਗੁਰੂ ਤੈਨੂੰ ਕਿਸੇ ਦਾ ਡਰ ਹੈ, ਨਾ ਭਉ ਹੈ। ਸਾਰੇ ਇਸ ਧਰਤੀ ਦੇ ਅੰਦਰ ਸਾਰੇ ਰਹਿਣ ਵਾਲੇ ਇੱਕ ਭੈ ਤੇ ਅਨੇਕਾਂ ਭੈ ਦੇ ਵਿੱਚ ਹਨ, ਪਰ ਵਾਹਿਗੁਰੂ ਤੂੰ ਐਸਾ ਹੈ। ਅਤੇ ਨਾ ਤੈਨੂੰ ਕਿਸੇ ਆਸਰੇ ਦੀ ਲੋੜ, ਅਭੇ, ਨਾ ਕੋਈ ਡਰ ਹੈ, ਨਾ ਤੂੰ ਅਜੀਤ, ਜਿੱਤਿਆ ਨਹੀਂ ਜਾ ਸਕਦਾ, ਤੇ ਅਭੀਤ ਡਰ ਤੋਂ ਪਰਾਂ ਹੈ ਜੀ। ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ। ਤ੍ਰਿਮਾਨ, ਤਿੰਨਾਂ ਲੋਕਾਂ ਦੇ ਵਿੱਚ ਤੈਨੂੰ ਮੰਨਿਆ ਗਿਆ। ਦੇਵ ਲੋਕ, ਦੈਂਤ ਲੋਕ, ਮਾਤ ਲੋਕ, ਪਤਾਲ ਲੋਕ, ਸਾਰੇ ਲੋਕ ਜਿੰਨੇ ਵੀ ਨੇ, ਇੱਥੋਂ ਤੱਕ ਤਿੰਨਾਂ ਦੇ ਵਿੱਚ, ਦੇਵਤਿਆਂ ਦੇ ਵਿੱਚ, ਦੈਂਤਾਂ ਵਿੱਚ ਤੇ ਮਨੁੱਖਾਂ ਵਿੱਚ, ਤਿੰਨਾਂ ਵਿੱਚ ਤੇਰੀ ਉਸਤਤ ਹੈ। ਬ੍ਰਹਮਾ, ਵਿਸ਼ਨੂੰ, ਮਹੇਸ਼,
ਇਹਨਾਂ ਤਿੰਨਾਂ ਵਿੱਚ ਵੀ ਤੈਨੂੰ ਹੀ ਪਾਤਸ਼ਾਹ ਜੀ ਪੂਜਿਆ ਜਾਂਦਾ ਹੈ। ਇਹ ਸਾਰੇ ਹੀ ਤੈਨੂੰ ਤ੍ਰਿਮਾਨ ਮੰਨਣ ਵਾਲੇ ਇੱਕੋ ਹੀ ਹੈ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਇੱਥੇ ਟਿਊਬ ਲਾਈਟਾਂ ਵੀ ਜਲ ਰਹੀਆਂ, ਪੱਖੇ ਵੀ ਚੱਲ ਰਹੇ, ਏਸੀ ਵੀ ਚੱਲ ਰਿਹਾ, ਕੈਮਰੇ ਵੀ ਚੱਲ ਰਹੇ ਨੇ, ਮੋਬਾਈਲ ਫੋਨ ਵੀ ਹੈਗੇ, ਮਾਈਕ ਵੀ ਨੇ, ਸਪੀਕਰ ਵੀ ਨੇ, ਟੀਵੀ ਵੀ ਚੱਲ ਰਹੇ ਨੇ, ਘੜੀਆਂ ਵੀ ਇੱਥੇ ਇਲੈਕਟ੍ਰੋਨਿਕ ਚੱਲ ਰਹੀਆਂ ਨੇ, ਬਾਹਰ ਕਿੰਨੇ ਕੁਛ ਜੰਤਰ ਮੰਤਰ ਚੱਲ ਰਹੇ ਨੇ, ਕੋਈ ਉੱਥੇ ਪਾਣੀ ਦੀ ਮਸ਼ੀਨ ਚੱਲ ਰਹੀ ਹੈ, ਕੋਈ ਉੱਥੇ। ਪਰ ਇਹ ਸਾਰੀਆਂ ਮਸ਼ੀਨਾਂ ਦੇ ਰੂਪ ਵੱਖਰੇ ਵੱਖਰੇ ਨੇ, ਪਰ ਇਹਦੇ ਪਿੱਛੇ ਇੱਕ ਤਾਕਤ ਜਿਹੜੀ ਕੰਮ ਕਰ ਰਹੀ ਹੈ ਉਹ ਹੈ ਇਲੈਕਟ੍ਰਿਸਿਟੀ। ਸਾਰਾ ਕੁਝ, ਸਾਰੇ ਜੰਤਰ ਇੱਥੇ ਇਲੈਕਟ੍ਰਿਸਿਟੀ ਤੋਂ ਚੱਲ ਰਹੇ ਨੇ। ਤ੍ਰਿਮਾਨ ਦਾ ਮਤਲਬ ਪਿੱਛੋਂ ਤੂੰ ਇੱਕੋ ਹੀ ਹੈ ਵਾਹਿਗੁਰੂ, ਪਰ ਅੱਗੇ ਮੰਨਣ ਵਾਲੇ ਤੇਰੇ ਬਹੁਤ ਨੇ। ਬ੍ਰਹਮਾ ਵਿਸ਼ਨੂੰ ਮਹੇਸ਼ ਵਿੱਚ ਵੀ ਤੂੰ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਤ੍ਰਿਮਾਨ ਤਿੰਨਾਂ ਲੋਕਾਂ ਵਿੱਚ, ਤਿੰਨਾਂ ਥਾਵਾਂ ਦੇ ਵਿੱਚ ਤੈਨੂੰ ਹੀ ਮੰਨਿਆ ਜਾਣਾ ਹੈ। ਨਿਧਾਨ ਸਾਰਿਆਂ ਦਾ ਖਜ਼ਾਨਾ ਹੈ ਵਾਹਿਗੁਰੂ। ਤ੍ਰਿਵਰਗ ਤਿੰਨਾਂ ਦੇ ਵਿੱਚ ਮੰਨਿਆ ਜਾਣ ਵਾਲਾ ਭਰਿਆ ਹੋਇਆ, ਤਮੋ ਸਤੋ ਰਜੋ ਗੁਣਾਂ ਦੇ ਵਿੱਚ ਵਰਗ ਭਰਿਆ ਹੋਇਆ ਤੂੰ ਹੀ ਹੈ। ਤੂੰ ਦੈਂਤਾਂ ਵਿੱਚ, ਦੇਵਤਿਆਂ ਵਿੱਚ ਤੇ ਮਨੁੱਖਾਂ ਵਿੱਚ ਵੀ ਭਰਿਆ ਹੋਇਆ। ਧਰਮ, ਅਰਥ ਤੇ ਕਾਮਨਾਵਾਂ, ਕਾਮ ਦੇ ਵਿੱਚ ਵੀ ਤੂੰ ਭਰਿਆ ਹੋਇਆ। ਤ੍ਰਿਵਰਗ ਤਿੰਨਾਂ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਵਿੱਚ ਵੀ ਤੂੰ ਹੀ ਭਰਿਆ ਹੋਇਆ। ਇਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਅਸਰਗ, ਸਰਗ ਕਹਿੰਦੇ ਆ ਜਨਮ ਹੋਣ ਵਾਲਾ, ਭਾਵ ਕਿ ਜਿਹੜਾ ਕੁੱਖੋਂ ਜੰਮਿਆ ਜਾਏ, ਜਿਹਦੀ ਉਤਪੱਤੀ ਹੋ ਜਾਏ। ਪਰ ਵਾਹਿਗੁਰੂ ਤੂੰ ਅਸਰਗ ਹੈ, ਤੈਨੂੰ ਕੋਈ ਪੈਦਾ ਨਹੀਂ ਕਰ ਸਕਦਾ ਜੀ। ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ। ਅਨੀਲ, ਨੀਲ ਦਾ ਮਤਲਬ ਹੈ ਰੰਗਾਂ ਤੋਂ ਪਰਾਂ ਹੈ। ਕਿ ਬੇਗੁਨੋ ਬੇਚੂਨੋ ਚੂੰ ਬੇਨਮੂ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਇਹ ਹੈ ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੁਪ੍ਰਸੰਨ। ਨੀਲ ਇਹ ਬਾਰ-ਬਾਰ ਦੁਹਰਾਏ ਜਾਣਗੇ, ਕਿਉਂਕਿ ਇਹ ਜਾਪ ਹੈ। ਤੇ ਜਾਪ ਦੀ ਜਿਹੜੀ ਕਿਸਮ ਹੁੰਦੀ ਆ ਉਹ ਦੁਹਰਾ ਹੀ ਹੁੰਦੀ ਹੈ, ਬਾਰ-ਬਾਰ ਇੱਕੋ ਹੀ ਚੀਜ਼ ਨੂੰ, ਤਾਂ ਕਿ ਉਹ ਮਨ ਵਿੱਚ ਵਸ ਜਾਏ। ਅਨੀਲ ਭਾਵ ਦੋ ਅਰਥ ਕੀਤੇ ਸੀ। ਜਿਸ ਤਰ੍ਹਾਂ ਅਸੀਂ ਪਿੱਛੇ ਕਰਕੇ ਆਏ ਸੀ ਕਿ 1 ਹੋ ਗਿਆ, 1 ਤੋਂ 100 ਹੋ ਗਿਆ, 100 ਤੋਂ 1000, 1000 ਤੋਂ ਲੱਖ, ਲੱਖ ਤੋਂ 10 ਲੱਖ, 10 ਲੱਖ ਤੋਂ ਫਿਰ ਕਰੋੜ, ਕਰੋੜ ਤੋਂ 10 ਕਰੋੜ, ਫਿਰ ਇਸ ਤਰ੍ਹਾਂ ਕਰੋੜਾਂ ਤੋਂ ਬਾਅਦ ਆਉਂਦਾ ਹੈ ਅਰਬ, ਅਰਬ ਤੋਂ ਬਾਅਦ ਆਉਂਦਾ ਖਰਬ, ਖਰਬ ਤੋਂ ਬਾਅਦ ਆਉਂਦਾ ਨੀਲ। ਇਹ ਗਿਣਤੀ ਹੈ। 1 ਨੀਲ, 10 ਨੀਲ, 100 ਨੀਲ, ਇਹ ਗਿਣਤੀ ਹੈ। ਦੋ ਅਰਥ ਨੇ ਇਹਦੇ ਕਿ ਗਿਣਤੀਆਂ ਮਿਣਤੀਆਂ ਦੇ ਵਿੱਚ ਨਹੀਂ। ਇਹ ਕੋਈ ਕਹੇ ਮੈਂ ਤੈਨੂੰ ਇੰਨੀ ਵਾਰੀ ਧਿਆ ਲਿਆ, ਇੰਨੀਆਂ ਮਾਲਾ ਫੇਰ ਕੇ ਤੈਨੂੰ ਧਿਆ ਲਿਆ ਤੇ ਦਾਵਾ ਕਰੇ, ਨਹੀਂ, ਤੂੰ ਅਣਗਿਣਤ ਦਾਤਾਂ ਦੇਣ ਵਾਲਾ ਹੈ ਤੇ ਤੈਨੂੰ ਗਿਣਤੀ ਵਿੱਚ ਕੋਈ ਧਿਆ ਕੇ ਪ੍ਰਾਪਤ ਨਹੀਂ ਕਰ ਸਕਦਾ। ਦੋ ਅਰਥ ਹੈ, ਰੰਗਾਂ ਤੋਂ ਪਰਾਂ ਤੇ ਗਿਣਤੀਆਂ ਤੋਂ ਪਰਾਂ। ਇਹ ਉਸ ਤੋਂ ਬਾਅਦ ਹੈ ਅਨਾਦ। ਹਰ ਇੱਕ ਚੀਜ਼ ਦਾ ਆਦ ਹੈ, ਸ਼ੁਰੂਆਤ ਹੈ। ਫਲਾਣੀ ਦੁਕਾਨ ਕਦ ਤੋਂ ਸ਼ੁਰੂ ਕੀਤੀ, ਫਲਾਣਾ ਘਰ ਕਦ ਬਣਿਆ, ਸਾਡਾ ਜਨਮ ਕਦ ਹੋਇਆ। ਪਰ ਵਾਹਿਗੁਰੂ ਤੂੰ ਅਨਾਦ ਹੈ, ਆਦ ਤੋਂ ਵੀ ਪਰਾਂ ਹੈ। ਅਜੇ, ਜੇ ਦਾ ਅਜੇ ਦੇ ਵੈਸੇ ਦੋ ਅਰਥ ਕੀਤੇ ਨੇ। ਸੰਪਰਦਾਈ ਅਰਥ ਕਰਦੇ ਨੇ ਅਜੇ, ਹਜੇ ਵੀ ਹੈ। ਜਿਵੇਂ ਅਸੀਂ ਕਹਿੰਦੇ ਨਾ ਹੁਣੇ ਵੀ ਹੈ। ਇਸ ਧਰਤੀ ਤੇ ਬਹੁਤ ਆਏ ਤੇ ਆ ਕੇ ਚਲੇ ਗਏ। ਅਸੀਂ ਗੱਲਾਂ ਕਰਦੇ ਆ ਜੀ, ਉਹ ਤਾਂ ਆਏ ਸਨ, ਸਾਰੇ ਆਏ ਸਨ, ਉਹ ਤਾਂ ਆਏ ਸਨ, ਫਲਾਣੇ ਤਾਂ ਆਏ ਸਨ, ਉਹ ਫਲਾਣੇ ਯੁੱਗ ਵਿੱਚ ਆਏ ਸਨ, ਉਹ ਕਲ ਯੁੱਗ ਦੇ ਹੋਏ ਨੇ, ਉਹ ਤ੍ਰੇਤੇ ਦੇ ਹੋਏ ਨੇ, ਉਹ ਦੁਆਪਰ ਦੇ ਹੋਏ ਨੇ। ਪਰ ਸੱਚ ਤਾਂ ਇਹ ਹੈ ਕਿ ਤੂੰ ਹਜੇ ਵੀ ਹੈ। ਇੱਕ ਬਹੁਤ ਵੱਡਾ ਮੈਂ ਕਮਾਲ ਦਾ ਇੰਟਰਵਿਊ ਪਿੱਛੇ ਸੁਣਿਆ ਸੀ। ਇੱਕ ਮਾਊਂਟ ਐਵਰੈਸਟ 'ਤੇ ਕੋਈ ਚੜ੍ਹਿਆ ਸੀ, ਵੱਡੀਆਂ ਪਹਾੜੀਆਂ 'ਤੇ, ਇਸ ਭਾਵ ਕਿ ਧਰਤੀ ਦੀਆਂ 7 ਵੱਡੀਆਂ ਪਹਾੜੀਆਂ 'ਤੇ। ਕਹਿੰਦੇ ਇੱਕ ਪਹਾੜੀ 'ਤੇ ਮੈਂ ਫਸ ਗਿਆ ਅਤੇ ਮੈਨੂੰ ਪਤਾ ਸੀ ਇਹਨਾਂ ਪਹਾੜੀਆਂ 'ਤੇ ਕਦੀ ਗੁਰੂ ਨਾਨਕ ਸਾਹਿਬ ਨੇ, ਅਤੇ ਮੈਨੂੰ ਲੱਗਿਆ ਕਿ ਉਹ ਸਦਾ ਹੀ ਨੇ। ਕਹਿੰਦੇ ਉਸ ਪਹਾੜੀ ਦੇ ਵਿੱਚ ਜਿੱਥੇ ਮੈਂ ਖਾਈ ਵਿੱਚ ਡਿੱਗ ਗਿਆ ਸਾਂ, ਕਈ ਦਿਨਾਂ ਤੋਂ ਫਸਿਆ ਹੋਇਆ ਸਾਂ, ਉਹ ਕਹਿੰਦਾ ਮੈਨੂੰ ਗੁਰੂ ਨਾਨਕ ਸਾਹਿਬ ਨੇ ਆ ਕੇ ਬਚਾਇਆ। ਹੈ ਉਹ ਸਿੱਖ ਨਹੀਂ ਸੀ, ਉਹ ਕੋਈ ਹੋਰ ਧਰਮ ਦਾ ਸੀ। ਉਹਦਾ ਇੰਟਰਵਿਊ ਵੀ ਗੂਗਲ 'ਤੇ, ਇੰਟਰਨੈਟ 'ਤੇ, ਯੂਟਿਊਬ 'ਤੇ ਪਿਆ ਹੋਇਆ। ਮੈਂ ਤੁਹਾਨੂੰ ਨਾਮ ਵੀ ਦੱਸ ਦਾਂਗਾ, ਅੱਜ ਮੈਨੂੰ ਨਾਮ ਨਹੀਂ ਚੇਤਾ। ਮਤਲਬ ਅਜੇ ਦਾ ਮਤਲਬ ਹਜੇ ਵੀ ਹੈ। ਅਤੇ ਅਜੇ ਦਾ ਮਤਲਬ ਹੈ ਕਿ ਕੋਈ ਤੈਨੂੰ ਜਿੱਤ ਨਹੀਂ ਸਕਦਾ। ਅਜਿੱਤ ਤੋਂ ਹੀ ਅਜੇ ਬਣਿਆ ਕਿ ਕੋਈ ਤੈਨੂੰ ਜਿੱਤ ਨਹੀਂ ਸਕਦਾ। ਅੱਗੇ ਹੈ ਆਜ਼ਾਦ। ਇਹਦੇ ਦੋ ਅਰਥ ਕੀਤੇ ਜਾਂਦੇ ਨੇ, ਆਜ਼ਾਦ ਅਤੇ ਆਜ਼ਾਦ। ਆਜ਼ਾਦ ਦਾ ਮਤਲਬ ਇੰਡੀਪੈਂਡੈਂਟ, ਕਿਸੇ ਦੀ ਬੰਦਿਸ਼ ਵਿੱਚ ਨਹੀਂ ਹੈ। ਪਰ ਅੱਜ ਦਾ ਅਰਥ ਹੈ ਬ੍ਰਹਮਾ ਜੀ। ਬ੍ਰਹਮਾ ਭਾਵ ਕਿ ਬ੍ਰਹਮਾ ਜੀ ਬਣਾਉਣ ਵਾਲਾ ਸ੍ਰਿਸ਼ਟੀ ਨੂੰ ਹੈ। ਪਰ ਤੁਸੀਂ ਇਹ ਨਹੀਂ ਕਿ ਕੋਈ ਤੁਹਾਨੂੰ ਕਹੇ ਇਕੱਲੇ ਤੁਸੀਂ ਉਹਦੇ ਵੀ ਵਸ ਦੇ ਵਿੱਚ ਹੋ ਕਿ ਉਹਦੇ ਨਾਲ ਆਇਓ, ਨਹੀਂ। ਤੁਸੀਂ ਆਜ਼ਾਦ ਆਦ ਬ੍ਰਹਮਾ ਜੀ ਤੋਂ ਵੀ ਪਹਿਲਾਂ ਦੇ ਹੋ। ਇਹਦਾ ਮਤਲਬ ਇਹ ਹੈ ਕਿ ਸ੍ਰਿਸ਼ਟੀ ਇਹ ਮੰਨਦੀ ਹੈ ਕਿ ਬ੍ਰਹਮਾ ਜੀ ਆਏ ਤੇ ਤਾਂ ਸ੍ਰਿਸ਼ਟੀ ਬਣੀ, ਪਰ ਅੱਜ ਤੋਂ ਵੀ ਆਦ ਹੋ। ਅੱਜ ਬ੍ਰਹਮਾ ਜੀ ਦਾ ਨਾਮ ਹੈ। ਬ੍ਰਹਮਾ ਜੀ ਤੋਂ ਵੀ ਪਹਿਲਾਂ ਤੁਸੀਂ, ਭਾਵ ਕਿ ਸਭ ਕੁਝ ਬਣਾਉਣ ਵਾਲੇ ਹੋ, ਅਤੇ ਬ੍ਰਹਮਾ ਜੀ ਨੂੰ ਵੀ ਤੁਸੀਂ ਬਣਾਇਆ। ਇਸ ਕਰਕੇ ਇਹਦੇ ਦੋ ਅਰਥ ਆਜ਼ਾਦ ਦੇ ਕੀਤੇ ਗਏ ਨੇ। ਆਜ਼ਾਦ ਦਾ ਮਤਲਬ ਇੰਡੀਪੈਂਡੈਂਟ ਹੈ। ਦੂਸਰਾ ਬ੍ਰਹਮਾ ਤੋਂ ਵੀ ਆਦ, ਅੱਜ ਆਦ
ਕਿ ਇਸ ਧਰਤੀ ਦੀ ਸਿਰਜਣਾ ਤੋਂ ਵੀ ਪਹਿਲਾਂ ਤੁਸੀਂ ਇਹੋ ਜੀ ਅਜਨਮ ਹੈ ਅਬਰਨ ਹੈ ਅਪੂਤ ਹੈ ਅਭਰਨ ਹੈ। ਕੌਣ ਤੁਹਾਨੂੰ ਜਨਮ ਦੇ ਸਕਦਾ ਹੈ ਵਾਹਿਗੁਰੂ? ਕੋਈ ਤੁਹਾਨੂੰ ਜਨਮ ਨਹੀਂ ਦੇ ਸਕਦਾ। ਅਜਨਮ, ਜਨਮ ਤੋਂ ਪਰਾਂ ਹੋ। ਅਬਰਨ, ਕੋਈ ਬਰਨ ਹੋਏ ਨਾ, ਕੋਈ ਜ਼ਾਤ ਬਰਨ ਦੀ ਕੋਈ ਗੱਲ ਹੋਏ। ਵੈਸੇ ਬਰਨ ਦੇ ਦੋ ਅਰਥ ਕੀਤੇ ਨੇ, ਸੰਪਰਦਾਇ ਕਰਦੇ ਨੇ ਬਰਨਨ। ਬਰਨ ਦਾ ਅਰਥ ਹੈ ਵਰਣਨ, ਅੱਖਰਾਂ ਦੇ ਵਿੱਚ ਆ ਜਾਣਾ, ਕਿ ਬਰਨ ਕਰਕੇ ਅੱਖਰ ਭਾਵੇਂ ਬੋਲ ਕੇ ਹੋਣ ਤੇ ਭਾਵੇਂ ਲਿਖ ਕੇ ਹੋਣ, ਕਿਸੇ ਵੀ ਰੂਪ ਦੇ ਵਿੱਚ ਹੋਣ। ਦੋਨਾਂ ਰੂਪਾਂ ਦੇ ਵਿੱਚ ਨਾ ਕੋਈ ਬੋਲ ਕੇ ਤੁਹਾਨੂੰ ਬਰਨ ਕਰ ਸਕਦਾ ਤੇ ਨਾ ਕੋਈ ਲਿਖ ਕੇ। ਨਾਨਕ ਕਾਗਦ ਲਖ ਮਨਾ ਪੜ ਪੜ ਕੀਚੈ ਭਾਓ, ਮਸੂ ਟੋਟ ਨਾ ਆਵੀ ਲੇਖਣ ਪੌਣ ਚਲਾਓ ਭੀ, ਤੇਰੀ ਕੀਮਤ ਨਾ ਪਵੈ ਹੋਂ ਕੇਵੜ ਆਖਾਂ ਨਾਓ। ਅਬਰਨ, ਬਰਨ ਕਹਿੰਦੇ ਆ ਜ਼ਾਤ ਬਰਨ, ਉਸ ਤੋਂ ਵੀ ਪਰਾਂ ਹੋ ਤੇ ਵਰਣਨ ਕਰਨ ਤੋਂ ਵੀ ਪਰਾਂ ਹੋ। ਅਭੂਤ, ਭੂਤ ਕਹਿੰਦੇ ਧਾਤੂ। ਇਹ 5 ਧਾਤੂਆਂ ਤੋਂ ਸ੍ਰਿਸ਼ਟੀ ਬਣੀ। ਅਸੀਂ ਵੀ ਧਾਤੂਆਂ ਤੋਂ ਬਣੇ ਆ, ਪਰ ਤੁਸੀਂ ਵਾਹਿਗੁਰੂ ਕਿਸੇ ਧਾਤੂ ਤੋਂ ਨਹੀਂ ਬਣੇ। ਤੁਸੀਂ ਸਾਰਿਆਂ ਨੂੰ ਬਣਾਉਣ ਵਾਲੇ ਹੋ, ਪਰ ਕੋਈ ਧਾਤ ਤੁਹਾਨੂੰ ਨਹੀਂ ਬਣਾਉਣ ਵਾਲਾ। ਆ ਭਰਨ, ਭਰਨ ਦਾ ਮਤਲਬ ਭਰੇ ਹੋਏ ਹੋ ਸਭ ਦੇ ਅੰਦਰ, ਪਰ ਆ ਭਰਨ, ਪਰ ਤੁਹਾਨੂੰ ਕੋਈ ਨਹੀਂ ਭੁੱਖ, ਕਿਸੇ ਤਰ੍ਹਾਂ ਦੀ ਭੁੱਖ ਨਹੀਂ ਹੈ। ਆ ਭਰਨ, ਹਰ ਕੋਈ ਇੱਥੇ ਆਪਣੇ ਆਪ ਨੂੰ ਭਰਨਾ ਚਾਹੁੰਦਾ, ਕਿਸੇ ਨਾ ਕਿਸੇ ਰੂਪ ਦੇ ਵਿੱਚ। ਕੋਈ ਢਿੱਡ ਭਰ ਰਿਹਾ, ਕੋਈ ਆਪਣੀ ਭਰਨ ਪੂਰਤੀ ਕਰ ਰਿਹਾ, ਪਰ ਸੱਚ ਇਹ ਹੈ ਕਿ ਤੁਹਾਨੂੰ ਲਾਲਚ ਨਹੀਂ ਹੈ। ਤੁਸੀਂ ਆ ਭਰਨ ਹੋ, ਕੋਈ ਨਹੀਂ ਤੁਹਾਨੂੰ ਭੁੱਖ, ਕੋਈ ਨਹੀਂ ਤੁਹਾਨੂੰ ਤ੍ਰੇ। ਤੁਸੀਂ ਆ ਭਰਨ, ਕੋਈ ਤੁਹਾਨੂੰ ਇੱਥੇ ਸਰਦੀ ਨਹੀਂ, ਕੋਈ ਗਰਮੀ ਨਹੀਂ, ਕੋਈ ਭੁੱਖ, ਕੋਈ ਤ੍ਰੇ ਨਹੀਂ। ਇਹ ਤੁਹਾਡੀ ਇੱਕ ਬਹੁਤ ਵੱਡੀ ਮਿਸਾਲ ਹੈ ਵਾਹਿਗੁਰੂ ਜੀ। ਅਗੰਜ ਹੈ ਅਪੰਜ ਹੈ ਅਚੂਜ ਹੈ ਅਝੰਜ ਹੈ। ਅਗੰਜ, ਕੋਈ ਤੁਹਾਨੂੰ ਤੋੜ ਨਹੀਂ ਸਕਦਾ, ਵੱਖ ਨਹੀਂ ਕਰ ਸਕਦਾ। ਅਪੰਜ, ਕੋਈ ਤੁਹਾਨੂੰ ਭੱਜ ਨਹੀਂ ਸਕਦਾ, ਕਿ ਭੰਨ ਨਹੀਂ ਸਕਦਾ ਤੁਹਾਨੂੰ। ਅਝੂਜ ਤੇ ਅਝੰਜ, ਝੂਜ, ਕੋਈ ਤੁਹਾਨੂੰ ਜੂਝਣ ਵਾਸਤੇ ਆਏ ਕਿ ਮੈਂ ਤੁਹਾਨੂੰ ਮਾਰ ਦਾਂਗਾ ਰੱਬ, ਮੈਂ ਆਓ ਮੇਰੇ ਨਾਲ ਦੋ ਦੋ ਹੱਥ ਕਰ ਲਓ। ਸੱਚ ਤੇ ਇਹ ਹੈ, ਅਝੂਜ ਹੈ ਕਿ ਤੁਹਾਡੇ ਨਾਲ ਕੋਈ ਜੂਝ ਨਹੀਂ ਸਕਦਾ। ਅਝੰਜ, ਝੰਜ ਕਹਿੰਦੇ ਆ ਝਗੜੇ, ਝਮੇਲੇ। ਸਾਰੇ ਇੱਥੇ ਕੋਈ ਨਾ ਕੋਈ ਝਮੇਲਿਆਂ ਦੇ ਵਿੱਚ ਪਏ ਹੋਏ ਨੇ। ਸੱਚ ਇਹ ਹੈ, ਕੋਈ ਇਹ ਕਹੇ ਕਿ ਮੈਨੂੰ ਕੋਈ ਝਮੇਲਾ ਨਹੀਂ, ਇਹ ਸੱਚ ਹੋ ਹੀ ਨਹੀਂ ਸਕਦਾ। ਸਾਰਿਆਂ ਨੂੰ ਝਮੇਲਾ ਹੈ, ਕੋਈ ਕਹੇ ਨਹੀਂ। ਜ਼ਿੰਦਗੀ ਅਝੰਜ, ਜ਼ਿੰਦਗੀ ਦਾ ਨਾਮ ਹੀ ਝੰਜ ਹੈ, ਕਿ ਭਾਵ ਝਮੇਲੇ ਦੇ ਵਿੱਚ ਹੈ ਹੀ ਨੇ ਝਮੇਲੇ। ਕਿਸੇ ਨੂੰ ਗ੍ਰਸਤ ਦਾ, ਕਿਸੇ ਨੂੰ ਕਾਰੋਬਾਰ ਦਾ, ਕਿਸੇ ਨੂੰ ਕਿਸੇ ਰੂਪ ਦਾ, ਕਿਸੇ ਨੂੰ ਆਲੇ ਦੁਆਲੇ ਦਾ। ਇਸ ਧਰਤੀ 'ਤੇ ਸਭ ਨੂੰ ਕੋਈ ਨਾ ਕੋਈ ਝਮੇਲੇ ਹੈਗੇ ਨੇ। ਇਹ ਸੰਸਾਰ ਦਾ ਦਸਤੂਰ ਹੈ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਅਝੰਜ, ਪਰ ਵਾਹਿਗੁਰੂ ਐਸਾ ਜਿਹਨੂੰ ਕੋਈ ਝਗੜਾ ਨਹੀਂ, ਕੋਈ ਝਮੇਲਾ ਨਹੀਂ, ਕਿਸੇ ਤਰ੍ਹਾਂ ਦਾ ਉਹਨੂੰ ਝੋਰਾ ਨਹੀਂ, ਝਗੜਿਆਂ ਦਾ ਜਾਂ ਡਰ ਨਹੀਂ ਜੀ। ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ। ਇਹ ਅਮੀਕ ਤੇ ਰਫੀਕ, ਇਹ ਵਿੱਚ ਲਫ਼ਜ਼ ਫਾਰਸੀ ਦੇ ਆਗੇ ਪਿੱਛੇ ਸਾਰੇ ਅਸੀਂ ਸੰਸਕ੍ਰਿਤ ਤੇ ਬ੍ਰਿਜ ਦੇ ਪੜ੍ਹ ਰਹੇ ਸਾਂ। ਅਮੀਕ ਦਾ ਮਤਲਬ, ਅਮੀਕ, ਅਮੀਕ ਦਾ ਮਤਲਬ ਬੜਾ ਡੂੰਘਾ, ਬਹੁਤ ਗਹਿਰਾਈ ਵਾਲਾ, ਬੜਾ ਵਿਸਮਾਦ, ਉਹਨੂੰ ਅਮੀਕ ਕਹਿੰਦੇ ਆ। ਅਮੀਕ ਤੋਂ ਬੜਿਆ ਕਿ ਬਹੁਤ ਡੂੰਘਾ ਹੈ ਵਾਹਿਗੁਰੂ। ਕਿੱਥੋਂ ਤੇਰਾ ਥੌ ਟਿਕਾਣਾ ਲੱਭੇਗਾ? ਮੈਂ ਜਿੰਨਾ ਡੂੰਘਾ ਹੁੰਦਾ, ਜਿੰਨਾ ਡੂੰਘਾ ਜਾਉਂਦਾ ਤੇਰੀ ਬੰਦਗੀ ਦੇ ਵਿੱਚ, ਗਾਂ ਜਾ ਕੇ ਫਿਰ ਪਤਾ ਲੱਗਦਾ ਹਜੇ ਤੇ ਹੋਰ ਪਰਾਂ ਤੋਂ ਪਰਾਂ ਹੈ, ਹਜੇ ਤੇ ਹੋਰ ਪਰਾਂ ਤੋਂ ਪਰਾਂ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿਜਦਾ ਹੀ ਕਰਤਾ ਸੀ ਕਿ ਅੱਲਾਹ ਅਲਖ ਅਗਮ ਕਾਦਰ ਕਰਨ ਹਾਰ ਕਰੀਮ, ਸਭ ਦੁਨੀਆ ਆਵਣ ਜਾਵਣੀ ਮੁਕਾਮ ਏਕ ਰਹੀਮ। ਮੁਕਾਮ ਤਿਸਨੂੰ ਆਖੀਏ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਜ਼ਿਮੀ ਚੱਲ ਸੀ। ਕਿੰਨਾ ਡੂੰਘਾ ਵੱਡਾ ਹੈ ਅਸਮਾਨ ਜਿੰਨਾ, ਜਾਂ ਕਿੰਨਾ ਡੂੰਘਾ ਹੈ ਧਰਤੀ, ਜਿੰਨੀ ਡੂੰਘੀ ਹੈ ਉਹਨਾਂ ਡੂੰਘਾ। ਧਰਤੀ ਦੇ ਥੱਲੇ ਉਹਨਾਂ ਥੱਲੇ ਨਹੀਂ। ਅਸਮਾਨ ਜ਼ਿਮੀ ਚਲਸੀ ਮੁਕਾਮ ਉਹੀ ਏਕ। ਦਿਨ ਰਵ ਚੱਲੈ ਨਿਸਸ ਚੱਲੈ, ਤਾਰਿਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ। ਨਾਨਕਾ ਸੱਚ ਬੁਗੋਏ। ਸੱਚ ਤੇ ਇਹ ਹੈ ਕਿ ਉਹ ਅਮੀਕ ਹੈ, ਬੜਾ ਡੂੰਘਾ ਹੈ। ਰਫੀਕ, ਇਹ ਵੀ ਫਾਰਸੀ ਦਾ ਲਫ਼ਜ਼ ਹੈ। ਰਫੀਕ, ਰਫੀਕ ਕਹਿੰਦੇ ਆ ਮਿੱਤਰ ਨੂੰ, ਬੜਾ ਪਿਆਰਾ ਮਿੱਤਰ ਹੈ। ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ। ਮੈਂ ਤੇ ਹੋਰਾਂ ਨੂੰ, ਕੱਚੇ ਮਿੱਤਰਾਂ ਨੂੰ, ਭਾਵ ਕੱਚੀ ਮਿੱਤਰਤਾ ਨੂੰ ਸੱਚੀ ਸਮਝੀ ਬੈਠੀ ਸਾਂ, ਪਰ ਅਸਲ ਰਫੀਕ ਤੇ ਤੂੰ ਹੈ, ਜਿਹੜਾ ਨਾਲ ਨਿਭਣ ਵਾਲਾ ਹੈ। ਜਿੱਥੇ ਕੋਈ ਨਹੀਂ ਉੱਥੇ ਤੂੰ ਹੈ। ਇਸ ਕਰਕੇ ਕਿੰਨਾ ਸੋਹਣਾ ਲਫ਼ਜ਼ ਵਰਤਿਆ, ਰਫੀਕ। ਤੂੰ ਸਭ ਤੋਂ ਪਿਆਰਾ ਸੱਚਾ ਮਿੱਤਰ ਹੈ। ਜਦ ਸਾਰੇ ਬਾਂਹ ਛੱਡ ਜਾਂਦੇ ਨੇ, ਇਹੀ ਸੱਚ ਹੈ ਕਿ ਚਿੱਤ ਆਵੈ ਉਸ ਪਾਰ ਬ੍ਰਹਮ, ਲਗੈ ਨਾ ਤਤੀ ਵਾਓ। ਤੂੰ ਵਾਹ ਨਹੀਂ ਲੱਗਣ ਦਿੰਦਾ, ਐਸਾ ਮਿੱਤਰ ਹੈ, ਪਰ ਤੇਰੇ ਅੰਦਰ ਕੋਈ ਤਮਾ ਨਹੀਂ ਮਿੱਤਰਤਾ ਦਾ। ਇਸ ਕਰਕੇ ਤੂੰ ਰਫੀਕ ਹੈ। ਆ ਧੰਦ, ਕੋਈ ਧੰਦੇ ਨਹੀਂ, ਧੰਦੇ ਧਾਵਣ ਵਾਲਾ ਨਹੀਂ ਕਿ ਤੂੰ ਭੱਜਿਆ ਫਿਰਦਾ ਫਿਕਰਾਂ ਦੇ ਵਿੱਚ ਹੈ। ਆ ਬੰਦ, ਤੇ ਕੋਈ ਤੈਨੂੰ ਆਪਣੇ ਆਪਨ ਬਾਪੈ ਨਾਹੇ ਕਿਸੇ ਕੋ, ਭਾਵਨ ਕੋ ਹਰ ਰਾਜਾ। ਤੈਨੂੰ ਕੋਈ ਬੰਨ ਨਹੀਂ ਸਕਦਾ, ਕੋਈ ਦਾਵਾ ਨਹੀਂ ਕਰ ਸਕਦਾ ਕਿ ਰੱਬ ਇੱਥੇ ਹੀ ਹੈ।
ਇਸ ਕਰਕੇ ਵਾਹਿਗੁਰੂ ਜੀ ਤੁਸੀਂ ਅਬੰਧ ਹੋ ਜੀ। ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ। ਨਿਰਬੂਜ ਬੂਝਣ ਤੋਂ ਪਰਾਂ ਹੋ, ਅਸੀਂ ਬੁੱਝ ਕੇ ਸਾਰੀ ਬਹਿ ਜਾਈਏ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਅਬੂਝ ਨਿਰਬੂਜ, ਨਿਰਬੂਜ ਦਾ ਮਤਲਬ ਨਿਰੀ ਦਾ ਮਤਲਬ ਹੈ ਨੈਗੇਟਿਵ, ਨਹੀਂ ਹੋ ਸਕਦਾ। ਬੂਝ ਤੈਨੂੰ ਬੁੱਝਿਆ ਨਹੀਂ ਜਾ ਸਕਦਾ। ਬੁੱਝਣ ਦਾ ਲੱਖ ਯਤਨ ਕੀਤਾ ਪਰ ਕੋਈ ਨਹੀਂ ਬੁੱਝ ਸਕਿਆ। ਅਸੂਝ ਸੂਝੀ, ਕਿਸੇ ਦੀ ਸੋਝੀ ਵਿੱਚ ਆ ਜਾਏ ਪੂਰਾ ਹੋ ਨਹੀਂ ਸਕਦਾ। ਤੂੰ ਸਮੁੰਦਰ ਇੰਨੇ ਵਿਸ਼ਾਲ ਬਣਾਏ ਨੇ ਤੇ ਬੰਦੇ ਦੀ ਮੱਤ ਕਿੰਨੀ ਛੋਟੀ ਜਿਹੀ ਆ, ਡੱਬਾ ਕਿੰਨਾ ਛੋਟਾ ਹੈ। ਇਸ ਡੱਬੇ ਵਿੱਚ ਬਣਾਈ ਕਾਇਨਾਤ ਦਾ ਅੰਤ ਨਹੀਂ ਹੁੰਦਾ ਤੇ ਤੇਰਾ ਅੰਤ ਕਿਵੇਂ ਪਾਲੇਗਾ ਕੋਈ? ਜੇ ਤੂੰ ਸਾਰਿਆਂ ਤੋਂ ਪਰਾਂ ਹੈ, ਕੋਈ ਦੇਵ ਦਾਨਵਾ ਨਰਾ ਕਿ ਸਿੱਧ ਸਾਧਕਾ ਧਰਾ, ਕਿ ਇਹ ਕਹੀਏ ਕਿ ਦੇਵਤਿਆਂ ਨੇ, ਦਾਨਵਾਂ ਨੇ, ਨਰਾਂ ਨੇ, ਮਨੁੱਖਾਂ ਨੇ, ਇਹ ਸਾਰੇ ਹੀ ਤੇਰਾ ਅੰਤ ਪਾਉਣ ਲੱਗੇ ਨੇ। ਕਿ ਸਿੱਧ ਸਾਧਕਾ ਧਰਾ, ਕਿ ਇਹ ਸਾਰੇ ਇਕੱਠੇ ਹੋ ਕੇ ਤੈਨੂੰ ਧਰ ਲੈਣ ਬਣ ਲੈਣ ਨਾ। ਅਸਤ ਏਕ ਦਿਗਰ ਕੋਈ, ਏਕ ਤੂਈ ਏਕ ਤੂਈ। ਕਹਿੰਦੇ ਇੱਥੇ ਦਿਨ ਵੀ ਨਹੀਂ ਰਹਿਣਾ, ਰਹਿਣ ਵੀ ਨਹੀਂ ਰਹਿਣੀ, ਸਭ ਕੁਝ ਚਲਿਆ ਜਾਣਾ, ਪਰ ਤੂੰ ਸਦਾ ਰਹਿਣਾ। ਇਸ ਕਰਕੇ ਅਸੂਝ ਸੋਝੀ ਨਹੀਂ ਹੈ, ਅਕਾਲ ਹੈ, ਕਾਲ ਤੋਂ ਪਰਾਂ ਹੈ। ਸਭ ਇਹਦੇ ਇੱਥੇ ਮੌਤ ਦੇ ਫਾਹੀ ਦੇ ਵਿੱਚ ਨੇ, ਕਾਲ ਦੇ ਵਿੱਚ ਵੱਜੇ ਹੋਏ ਨੇ। ਪਰ ਵਾਹਿਗੁਰੂ ਤੂੰ ਅਕਾਲ ਹੈ, ਅਜਾਲ। ਦੁਨੀਆ ਦਾ ਦਸਤੂਰ ਹੈ ਮਾਇਆ ਦੇ ਜਾਲ ਵਿੱਚ ਫਸਣ ਦਾ, ਪਰ ਵਾਹਿਗੁਰੂ ਤੈਨੂੰ ਮਾਇਆ ਦਾ ਜਾਲ ਨਹੀਂ ਹੈ। ਇਸ ਕਰਕੇ ਤੁਸੀਂ ਅਜਾਲ ਹੋ ਜੀ। ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ। ਦੁਨੀਆ ਹਰ ਕੋਈ ਕਹਿੰਦੀ ਹੈ ਇਸ ਕੰਮ ਦਾ ਲਾਹਾ ਕੀ ਹੋਏਗਾ, ਇਸ ਕੰਮ ਦਾ ਸਾਨੂੰ ਫਾਇਦਾ ਕੀ ਹੋਏਗਾ। ਇਹ ਕੰਮ ਕਰੀਏ, ਉਹਦੇ ਨਾਲ ਮਿੱਤਰਤਾ ਕਰੀਏ, ਫਲਾਣੇ ਨਾਲ ਗੱਲਬਾਤ ਕਰੀਏ, ਉੱਥੇ ਤੁਰ ਕੇ ਜਾਈਏ, ਉਹਦਾ ਕੰਮ ਕਰੀਏ। ਦੱਸੋ ਲਾਹਾ ਤੇ ਹੋਣਾ ਚਾਹੀਦਾ ਨਾ, ਕੋਈ ਲਾਭ ਤੇ ਹੋਣਾ ਚਾਹੀਦਾ। ਪਰ ਵਾਹਿਗੁਰੂ ਤੂੰ ਐਸਾ ਹੈ, ਤੈਨੂੰ ਕੋਈ ਲਾਹਾ ਦੀ ਭੁੱਖ ਹੀ ਨਹੀਂ, ਕੋਈ ਤੈਨੂੰ ਲਾਹਾ ਦੀ ਭੁੱਖ ਨਹੀਂ। ਹਾਂ ਵੈਸੇ ਜੇ ਇੱਕ ਮੈਨੂੰ ਮੁਸਲਮਾਨ ਵੀਰ ਮਿਲਿਆ ਸੀ, ਕਹਿੰਦਾ ਮੈਂ ਵੀ ਜਾਪ ਸਾਹਿਬ ਕਰਦਾ, ਬੜੀ ਪੁਰਾਣੀ ਗੱਲ ਹੈ। ਮੈਂ ਕਮਾਲ ਹੈ, ਕਹਿੰਦੇ ਉਹਦੇ ਵਿੱਚ ਅੱਲਾਹ ਦਾ ਜ਼ਿਕਰ ਆਇਆ, ਅੱਲਾਹ ਹੈ। ਮੈਂ ਤੇ ਸੋਚ ਲਿਆ ਸੀ ਮਨ 'ਚ ਕਿ ਉਹਦਾ ਜ਼ਿਕਰ ਤੇ ਲਾਭ, ਕਹਿੰਦਾ ਅੱਲਾਹ ਹੈ। ਮੈਂ ਕਿਹਾ ਹਾਂ ਅੱਲਾਹ ਹੈ ਜੀ, ਜਿਹਦੇ ਜੋ ਅਰਥ ਨੇ ਉਹ ਕਹਿੰਦਾ ਅੱਲਾਹ ਹੈ। ਅਸੀਂ ਕਹਿੰਦੇ ਹਾਂ ਅੱਲਾਹ ਹੈ ਲਾਹੇ ਤੋਂ ਪਰਾਂ, ਉਹ ਕਹਿੰਦੇ ਅੱਲਾਹ ਹੈ। ਵਾਕਈ ਅੱਲਾਹ ਹੈ ਤੇ ਹੈ, ਉਹ ਤੇ ਸਭ ਦੇ ਵਿੱਚ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਸ ਕਰਕੇ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਇਹ ਬਾਣੀ ਮਿਸ਼ਰੀ ਦਾ ਪਹਾੜ ਹੈ, ਮਨੁੱਖੀ ਮਨ ਕੀੜੀ ਹੈ। ਇਸ ਪਹਾੜ ਦਾ ਕੋਈ ਅੰਤ ਨਹੀਂ ਪਾਏਗਾ, ਬਸ ਚੱਟ ਕੇ ਆਪਣੀ ਆਪਣੀ ਭੁੱਖ ਬੁਝਾ ਸਕਦੇ ਹਾਂ। ਕਿਸੇ ਨੂੰ ਇਹ ਅੱਲਾਹ ਲੱਗਦਾ ਹੈ ਤੇ ਕਿਸੇ ਨੂੰ ਅਲਾਹ ਲੱਗਦਾ ਹੈ। ਸੋ ਇਹਦੇ ਆਪਣੇ ਆਪਣੇ ਅਰਥ ਸਭ ਨੇ ਆਪਣੇ ਆਪਣੇ ਰੂਪ ਦੇ ਵਿੱਚ ਕੀਤੇ ਨੇ। ਹਾਂ ਕਈ ਮੁਸਲਮਾਨੀ ਵਿਦਵਾਨ ਵੀ ਨੇ ਜਿਨ੍ਹਾਂ ਨੇ ਟੀਕੇ, ਪਾਕਿਸਤਾਨ ਤੋਂ ਬਹੁਤ ਵਿਦਵਾਨ ਨੇ ਜਿਨ੍ਹਾਂ ਨੇ ਇਹ ਜਾਪ ਸਾਹਿਬ ਦੇ ਟੀਕੇ ਕੀਤੇ ਹੋਏ ਨੇ ਇਸ ਬਾਣੀ ਦੇ। ਉਹਨਾਂ ਨੇ ਅੱਲਾਹ ਹੀ ਲਿਖਿਆ, ਅੱਲਾਹ ਅੱਲਾਹ ਹੈ। ਸੋ ਅਸੀਂ ਜੋ ਵੀ ਅਰਥ ਲੈਣ, ਪਰ ਇਹਦਾ ਜਿਹੜਾ ਉਚਾਰਨ ਅੱਲਾਹ, ਕਿਉਂਕਿ ਸਾਰਾ ਉਚਾਰਨ ਇਹਦੀ ਹੀ ਲੜੀ ਦੇ ਵਿੱਚ ਚੱਲ ਰਿਹਾ। ਅੱਲਾਹ ਹੈ ਦਾ ਮਤਲਬ ਹੈ ਲਾਭ ਤੋਂ ਪਰਾਂ ਹੈ, ਕਿ ਤੁਹਾਨੂੰ ਕੋਈ ਲਾਭ ਦਾ ਲਾਲਚ ਨਹੀਂ। ਅਜਾਹ ਹੈ, ਜਾਹ ਕਹਿੰਦੇ ਆ ਥਾਂ, ਜਹਾਨ, ਕਿਹੜੇ ਜਹਾਨ ਦਾ ਤੂੰ ਹੈ, ਪਰ ਤੇਰਾ ਕੋਈ ਜਹਾਨ ਨਹੀਂ, ਪਰ ਸਾਰੀ ਤੇਰੇ ਜਹਾਨ ਨੇ। ਅਨੰਤ ਹੈ, ਕਿੰਨਾ ਕੋਈ ਅੰਤ ਪਾ ਸਕਦਾ? ਨਹੀਂ, ਅਨੰਤ, ਕੋਈ ਅੰਤ ਨਹੀਂ। ਮਹੰਤ, ਮਹੰਤ ਲਫ਼ਜ਼ ਬਣਿਆ, ਮਹਾਤਮ ਪੜ੍ਹਦੇ ਆ ਨਾ, ਬੜਾ ਮਹਾਤਮ ਹੈ ਉਹਦਾ, ਉਹ ਮਹੰਤ ਤੋਂ ਹੀ ਮਹਾਤਮ ਬਣਿਆ। ਬੜੀ ਮਹੱਤਤਾ ਹੈ ਉਹਦੀ, ਕਿ ਭਾਈ ਇਸ ਧਰਤੀ 'ਤੇ ਲੋਕਾਂ ਦੀਆਂ ਮਹੱਤਤਾ ਸਮੇਂ ਵਿੱਚ ਹੈ। ਕਿਸੇ ਦੀ 10 ਸਾਲ ਹੋ ਸਕਦੀ ਹੈ, ਕਿਸੇ ਦੀ 50, ਕਿਸੇ ਦੀ 100, 150, ਕਿਸੇ ਦੀ ਹੋਰ ਵੀ ਹੋ ਸਕਦੀ ਹੈ, ਪਰ ਤੇਰਾ ਮਹਾਤਮ ਵਾਹਿਗੁਰੂ ਸਦਾ ਰਹਿਣ ਵਾਲਾ ਹੈ। ਇੱਥੇ ਆ ਕੇ ਸਾਰੇ ਚਲੇ ਜਾਣਗੇ। ਦੁਨੀਆ ਦਾ ਦਸਤੂਰ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ। ਪਰ ਇਸ ਦੁਨੀਆ ਦਾ ਸੱਚ ਇਹ ਹੈ ਕਿ ਸਭ ਦੁਨੀਆ ਆਵਣ ਜਾਣੀਆਂ, ਸਾਰੀ ਦੁਨੀਆ ਆਏਗੀ ਤੇ ਆ ਕੇ ਚਲੀ ਜਾਏਗੀ, ਵਿੱਚ ਦੁਨੀਆ ਸੇਵ ਕਮਾਉਣ ਦਾ। ਤਾਂ ਗੁਰੂ ਸਾਹਿਬ ਨੇ ਕਿਹਾ ਆਏ ਹਾਂ ਤੇ ਕੁਛ ਲਾਹਾ ਖੱਡ ਕੇ ਜਾਈਏ। ਲਾਹਾ ਤਾਂ ਹੈ ਜੇ ਵੱਡੇ ਨੂੰ, ਜਿਹਦਾ ਮਹਾਤਮ ਹੈ, ਉਹਨੂੰ ਪੂਜੀਏ। ਦੁਨੀਆ ਦੇ ਅੱਗੇ ਕਿਸੇ ਦੇ ਅੱਗੇ ਝੁਕੋਗੇ, ਸੱਚਾਈ ਇਹ ਹੈ ਕਿ ਤੁਸੀਂ ਛੋਟੇ ਹੋਵੋਗੇ, ਅਸੀਂ ਛੋਟੇ ਹੋਵਾਂਗੇ, ਪਰ ਤੈਨੂੰ ਨਮਸਕਾਰ ਕਰਾਂਗੇ, ਤੇਰੇ ਅੱਗੇ ਝੁਕਾਂਗੇ, ਮਾਰੇ ਕਹਿੰਦੇ ਵੱਡੇ ਹੀ ਹੋਵੋਗੇ। ਦੁਨੀਆ ਦਾ ਕੋਈ ਵੀ ਬੰਦਾ ਸਾਨੂੰ ਝੁਕਾਏਗਾ ਤੇ ਉਹ ਸਾਨੂੰ ਛੋਟਾ ਪ੍ਰਤੀਕ ਕਰਾਏਗਾ, ਪਰ ਜੇ ਅਸੀਂ ਵਾਹਿਗੁਰੂ ਅੱਗੇ ਝੁਕਾਂਗੇ ਤੇ ਵਾਹਿਗੁਰੂ ਸਾਨੂੰ ਵੱਡਾ ਹੀ ਬਣਾਏਗਾ। ਇਸ ਕਰਕੇ ਕੱਲ੍ਹ ਵੀ ਕਿਹਾ ਸੀ ਕਿ ਕਿਆ ਖੂਬ ਹੈ ਤੇਰੇ ਸਿਜਦੇ ਕੀ ਖੂਬੀ, ਕਿ ਜਿਉਂ-ਜਿਉਂ ਝੁਕਤਾ ਹੂੰ ਤਿਉਂ-ਤਿਉਂ ਉੱਠਤਾ ਹੂੰ। ਇਸ ਕਰਕੇ ਮਾਰੇ ਕਹਿੰਦੇ ਤੂੰ ਹੀ ਮਹੰਤ ਹੈ, ਵੱਡੇ ਮਹਾਤਮ ਵਾਲਾ ਵਾਹਿਗੁਰੂ ਤੂੰ ਹੀ ਹੈ ਜੀ। ਅਲੀਕ ਹੈ, ਨਿਰਸ਼ਰੀਕ ਹੈ, ਨਿਰਲੰਭ ਹੈ, ਅਸੰਭ ਹੈ। ਦੇਖੀਏ ਰੱਬ ਤੇਰੀ ਲੀਕ ਕਿਹੜੀ ਹੈ, ਕਿਹੜੀ ਤੇਰੀ ਰੇਖਾ ਦੇਖ ਲਈਏ, ਤੇਰੀ ਚੰਦਰ ਰੇਖਾ ਦੇਖ ਲਈਏ, ਸੂਰਜ ਰੇਖਾ ਦੇਖ ਲਈਏ,
ਕੋਈ ਉਮਰ ਦੀ ਲਕੀਰ ਵੇਖ ਲਈਏ ਭਾਈ, ਦੱਸੀਏ ਅਸੀਂ ਰੱਬ ਦੀ ਵੀ ਕੀ ਕਿਸਮਤ ਹੁੰਦੀ ਹੈ। ਦੁਨੀਆ ਦੀਆਂ ਕਿਸਮਤਾਂ ਲੱਭੀਆਂ ਲਿਖੀਆਂ ਜਾ ਸਕਦੀਆਂ, ਬਣਾਈਆਂ ਜਾ ਸਕਦੀਆਂ ਨੇ, ਪਰ ਵਾਹਿਗੁਰੂ ਤੂੰ ਅਲੀਕ ਹੈ, ਕੋਈ ਲੀਕ ਨਹੀਂ। ਕੋਈ ਵੈਸੇ ਇਹਦੇ ਦੋ ਅਰਥ ਕੀਤੇ ਨੇ। ਲੀਕ ਅਸਲ ਦੇ ਵਿੱਚ ਦਾਗ ਨੂੰ ਵੀ ਕਿਹਾ ਕਿ ਫਲਾਣੀ ਦੀ ਇੱਜ਼ਤ ਉੱਤੇ ਲੀਕ ਪੈ ਗਈ। ਲੀਕ ਪਾ ਦੇਣਾ ਭਾਵ ਦਾਗ ਲੱਗ ਜਾਣਾ। ਸਚਾਈ ਇਹ ਹੈ ਪਰਮੇਸ਼ਵਰ ਜੀ ਤੁਹਾਡੀ ਇੱਜ਼ਤ, ਤੁਹਾਡੀ ਉਮਤ ਉੱਤੇ ਕੋਈ ਦਾਗ ਲੀਕ ਨਹੀਂ ਪਾ ਸਕਦਾ। ਅਲੀਕ ਹੋ ਤੁਸੀਂ, ਤੁਹਾਡੇ ਉੱਤੇ ਕੋਈ ਨਿਸ਼ਾਨ, ਕੋਈ ਧੱਬਾ ਨਹੀਂ ਲਗਾ ਸਕਦਾ। ਇਹਦੇ ਦੋ ਅਰਥ ਨੇ। ਇੱਕ ਅਲੀਕ ਕਿ ਕੋਈ ਲਕੀਰ ਭਾਵ ਕਿ ਕੋਈ ਰੇਖਾ ਨਹੀਂ, ਕਿ ਰੂਪ ਨਾ ਰੇਖ ਨਾ ਰੰਗ ਰੇਖ ਜਿਹੜਾ ਆਇਆ ਇਹਨੂੰ ਹੀ ਲੀਕ ਕਿਹਾ। ਅਲੀਕ ਭਾਵ ਲੀਕ ਤੋਂ ਪਰਾਂ ਹੈ, ਧੱਬੇ ਤੋਂ ਦਾਗ ਤੋਂ ਪਰਾਂ ਹੈ। ਨ੍ਰਿਸੀਕ ਹੈ, ਸ਼ਰੀਕ ਜਿਹਨੂੰ ਕਹਿੰਦੇ ਆ, ਕੰਪੀਟੀਟਰ। ਇੱਥੇ ਸਭ ਦੇ ਸ਼ਰੀਕ ਪੈਦਾ ਹੋ ਜਾਂਦੇ। ਬਿਜ਼ਨਸ ਖੋਲ੍ਹੋ ਤੇ 10 ਸਾਹਮਣੇ ਖੁੱਲ੍ਹ ਜਾਂਦੇ ਆ। ਕੋਈ ਕੁਝ ਕਰੇ, ਸਭ ਦੇ ਸ਼ਰੀਕ ਨੇ ਇੱਥੇ, ਇੱਕ ਦੂਸਰਿਆਂ ਦੇ ਸਾਰਿਆਂ ਦੇ ਕੰਪੀਟੀਟਰ ਤਿਆਰ ਬੈਠੇ ਹੁੰਦੇ ਆ। ਉਹਨਾਂ ਨੂੰ ਅਸੀਂ ਪੂਰਨ ਤੌਰ 'ਤੇ ਦੁਸ਼ਮਣ ਨਹੀਂ ਕਹਿ ਸਕਦੇ, ਪਰ ਪੰਜਾਬੀ ਦਾ ਲਫ਼ਜ਼ ਹੈ ਸ਼ਰੀਕ ਨੇ। ਬਈ ਇਹ ਸਾਡੇ ਭਾਵ ਬਰਾਬਰ ਵਾਲੇ। ਪਿੰਡਾਂ ਦੇ ਵਿੱਚ ਸ਼ਰੀਕਾਂ ਨੂੰ ਬਰਾਬਰੀ ਵਾਲਾ ਕਿਹਾ ਜਾਂਦਾ। ਬਈ ਇਹ ਸਾਡੇ ਬਰਾਬਰ ਵਾਲੇ ਨੇ, ਕਿ ਇਹ ਸਾਡੇ, ਜਿੰਨੇ ਅਸੀਂ ਤਕੜੇ ਹਾਂ ਉਨੇ ਇਹ ਤਕੜੇ ਨੇ। ਪਰ ਸੱਚ ਤਾਂ ਇਹ ਹੈ ਕਿ ਇਸ ਧਰਤੀ 'ਤੇ ਕੋਈ ਤੇਰਾ ਸ਼ਰੀਕ ਨਹੀਂ ਬਣ ਸਕਦਾ। ਨਿਰਸ਼ਰੀਕ ਹੈ ਕਿ ਤੇਰੀ ਕੋਈ ਬਰਾਬਰੀ ਨਹੀਂ ਕਰ ਸਕਿਆ। ਕੋਈ ਤੇਰੀ ਬਰਾਬਰੀ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕੌਣ ਜੰਮਿਆ ਹੈ? ਵਾਹਿਗੁਰੂ। ਨਿਰਸੀਕ ਹੈ, ਨਿਰਲੰਭ ਹੈ। ਲੰਬ ਵੈਸੇ ਜਨਮ ਨੂੰ ਵੀ ਆਖਿਆ ਕਿ ਇਹ ਜਨਨੀ ਵਿੱਚੋਂ ਹੀ ਲੰਬ ਨਿਕਲਿਆ ਲਫ਼ਜ਼। ਇਹਨੂੰ ਭਾਈ ਕਾਨ ਸਿੰਘ ਨਾਭਾ ਦੇ ਜਦ ਤੁਸੀਂ ਮਹਾਨ ਕੋਸ਼ ਵਿੱਚੋਂ ਦਰਸ਼ਨ ਕਰੋਗੇ, ਉਹਨਾਂ ਨੇ ਲੰਬ ਦੇ ਜਿਹੜੇ ਅਰਥ ਕੀਤੇ ਨੇ, ਉਹਨਾਂ ਨੇ ਪੈਦਾਇਸ਼ ਦੇ ਹੀ ਕੀਤੇ ਨੇ। ਕੋਈ ਵਾਹਿਗੁਰੂ ਤੈਨੂੰ ਪੈਦਾ ਨਹੀਂ ਕਰ ਸਕਦਾ ਜੀ। ਅਸੰਭ ਹੈ। ਸੰਭ ਦਾ ਮਤਲਬ ਅਸੰਭਵ ਵੀ ਇਹਦੇ ਅਰਥ ਕੀਤੇ ਨੇ, ਕਿ ਕਿਸੇ ਦੀ ਮੱਤ ਦੇ ਵਿੱਚ ਪੂਰਨ ਰੂਪ ਦੇ ਵਿੱਚ ਸੰਭਵ ਨਹੀਂ ਆ ਸਕਦਾ। ਕਿ ਸੰਭਵ ਭਾਵ ਸੰਭਵ ਹੋ ਹੀ ਨਹੀਂ ਸਕਦਾ। ਕਿ ਕੋਈ ਕਹੇ ਕਿ ਮੈਂ ਸੰਭਵ ਤੌਰ 'ਤੇ ਤੈਨੂੰ ਸਮਝ ਲਿਆ, ਨਹੀਂ। ਅਸੰਭ ਹੈ ਵਾਹਿਗੁਰੂ ਤੂੰ, ਤੈਨੂੰ ਕੋਈ ਸਮਝ ਨਹੀਂ ਸਕਦਾ ਜੀ। ਅਗੰਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ। ਅਗੰਮ ਹੈ, ਗਮਿਆ ਨਹੀਂ ਜਾ ਸਕਦਾ ਵਾਹਿਗੁਰੂ। ਅਜਮ ਹੈ, ਜਨਮ ਤੋਂ ਪਰਾ ਹੈ। ਅਭੂਤ, ਪੰਜ ਭੂਤਕ ਸਰੀਰ ਮਨੁੱਖਾਂ ਦੇ ਬਣਦੇ ਨੇ। ਭੂਤਾਂ ਤੋਂ ਅਸੀਂ ਬਣਿਆ, ਸੰਸਾਰ ਬਣਿਆ, ਜੀਵ ਜੰਤੂ ਬਣੇ ਨੇ, ਪਰ ਭੂਤਾਂ ਤੋਂ ਰਹਿਤ। ਅਛੂਤ, ਹੁਣ ਇਹ ਦੇਖੋ, ਛੂਤ ਨੂੰ ਵੀ ਅਛੂਤ ਕਰਨ ਵਾਲੇ ਤੁਸੀਂ ਹੋ। ਹੁਣ ਕਬੀਰ ਸਾਹਿਬ ਦਾ ਇੱਕ ਸ਼ਬਦ ਪੜ੍ਹਦੇ ਆ ਨਾ, ਕਿ ਕਬੀਰ ਸਾਹਿਬ ਆ ਸ਼ਬਦ ਪ੍ਰਥਾਈ ਸਾਖੀ ਦੀ ਸਾਖੀ ਵੀ ਕੀਤੀ ਸੀ ਜਦ ਅਸੀਂ, ਕਿ ਕਬੀਰ ਸਾਹਿਬ ਤੁਰੇ ਜਾਂਦੇ ਗੰਗਾ ਦੇ ਕੰਢੇ, ਜੋ ਕਿ ਉਹ ਗੁਰੂ ਕਬੀਰ ਸਾਹਿਬ ਦਾ ਤੇ ਥਾਂ ਹੀ ਉਹ ਕਾਸ਼ੀ ਦੀ ਧਰਤੀ ਹੈ, ਉੱਥੇ ਹੀ ਰਹੇ ਨੇ। ਇੱਕ ਪੰਡਤ ਤੁਰਿਆ ਆਉਂਦਾ ਸੀ ਸਾਹਮਣਿਓਂ, ਉਹਦਾ ਨਾਮ ਵੀ ਦੱਸਿਆ ਹੋਇਆ ਸੰਪਰਦਾਇ ਟੀਕਿਆਂ ਨੇ। ਭਈ ਉਹਨੂੰ ਅੰਦਰ ਸਾੜਾ ਬੜਾ ਸੀ, ਮੈਂ ਉੱਚਾ, ਮੈਂ ਹੱਥ 'ਚ ਲੋਟਾ ਭੜਿਆ, ਗੰਗਾ ਜਲ ਇਸ਼ਨਾਨ ਕਰਕੇ ਆ ਰਿਹਾ। ਬਾਹਰੋਂ ਉਹਦਾ ਭੇਖ ਧਰਮੀ ਸੀ, ਪਰ ਅੰਦਰੋਂ ਸੜਿਆ ਫਿਰਦਾ ਸੀ ਕਿ ਮੈਂ ਹੀ ਸਭ ਤੋਂ ਉੱਤਮ ਪਵਿੱਤਰ। ਕਬੀਰ ਸਾਹਿਬ ਕਿਉਂਕਿ ਹੈਗੇ ਖਾੜਕੂ ਭਗਤ ਨੇ, ਜਿੱਥੇ ਸਾਰੇ ਭਗਤ ਸ਼ਾਂਤ ਰਹੇ ਨੇ ਨਾ, ਰਵਿਦਾਸ ਵਰਗੇ ਕਹਿੰਦੇ ਪੰਗਾ ਨਹੀਂ ਲੈਣ। ਹਾਂ, ਰਵਿਦਾਸ ਨੂੰ ਅਗਲੇ ਨੇ ਆ ਕੇ ਛੇੜਿਆ, ਤੇ ਤਾਂ ਰਵਿਦਾਸ ਨੇ ਜ਼ਿਕਰ ਕੀਤਾ ਕਿ ਹਾਂ ਮੈਂ ਚਮਰਟਾ ਹਾਂ, ਕੀ ਕਰੋਗੇ, ਕੀ ਠੀਕ ਹੈ, ਮੈਨੂੰ ਉਸ 'ਤੇ ਵੀ ਮਾਣ ਹੈ। ਜੇ ਨਾ ਹੁੰਦਾ ਤੇ ਰੱਬ ਦੀ ਬੰਦਗੀ ਨਹੀਂ ਕਦੀ ਕਰਦਾ। ਕੋਈ ਗੱਲ ਨਹੀਂ, ਉਹਨਾਂ ਨੇ ਸਿਰ ਹੀ ਝੁਕਾਇਆ। ਪਰ ਕਬੀਰ ਸਾਹਿਬ ਨੇ ਤੇ ਜਾ ਕੇ ਪੰਗੇ ਲਏ ਨੇ ਸਿੱਧੀ। ਉਹ ਤੇ ਕਿਹਾ ਹੈ ਕਿ ਸਿੱਧੀ ਜੀ ਗੱਲ, ਗਲੇ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਹੀਂ ਭੱਗ, ਉਹ ਹਰ ਕੇ ਸੰਤ ਨਾ ਆਖੀਆਂ। ਇਹ ਸਾਹਮਣੇ ਵਾਲੀ ਗੱਲ ਹੈ ਭਾਈ, ਬਨਾਰਸ ਦੇ ਠੱਗ ਹੋ ਤੁਸੀਂ। ਇਹ ਡਾਂਗ ਖੜਕਾਉਣ ਵਾਲੀ ਗੱਲ ਹੈ, ਖਾੜਕੂ ਭਗਤ ਵਾਲੀ ਗੱਲ ਹੈ। ਹੁਣ ਕਬੀਰ ਸਾਹਿਬ ਵੀ ਬੈਠੇ ਸਨ। ਹੁਣ ਸ਼ਰਾਰਤ ਸੂਝੀ ਹੈ ਕਬੀਰ ਸਾਹਿਬ ਨੂੰ। ਹੁਣ ਇਸ ਪਾਸੇ ਸੂਰਜ ਸੀ ਤੇ ਇਸ ਪਾਸਿਓਂ ਸਾਹਮਣਿਓਂ ਪੰਡਿਤ ਆ ਰਿਹਾ ਸੀ। ਉਹ ਹੁਣ ਸ਼ਰਾਰਤ ਸੀ, ਸਮਝ ਕੇ ਵੀ ਅੰਦਰੋਂ ਇਹਦੀ ਈਰਖਾ ਹੈ। ਲੰਘਣ ਨੂੰ ਇਸ ਪਾਸਿਓਂ ਵੀ ਲੰਘ ਸਕਦੇ ਸੀ, ਪਰ ਚੜ੍ਹਦੇ ਉਹ ਪਾਸਿਓਂ ਲੰਘੇ ਹੈ ਤਾਂ ਕਿ ਪਰਛਾਵਾਂ ਮੇਰਾ ਇਹਦੇ ਉੱਤੇ ਪੈ ਜਾਏ। ਉਹ ਸੂਰਜ ਵਾਲੇ ਪਾਸਿਓਂ ਲੰਘੇ ਹੈ, ਉੱਥੋਂ ਲੰਘੇ, ਉਹਦੇ ਉੱਤੇ ਪਰਛਾਵਾਂ ਪੈ ਗਿਆ। ਉਹ ਕਹਿੰਦਾ ਲੈ ਜੀ, ਭਿੱਟ ਗਿਆ ਮੈਂ, ਤੇ ਸ਼ੂਦਰ ਦਾ ਪਰਛਾਵਾਂ ਮੇਰੇ। ਉਹ ਲੋਟਾ ਜਿਹੜਾ ਗੰਗਾ ਜਲ ਦਾ ਉਹਨੇ ਸਿਰ 'ਤੇ ਪਾਇਆ, ਤੇ ਕਬੀਰ ਸਾਹਿਬ ਨੇ ਸਿੱਧਾ ਕਿਹਾ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਇਹ ਅਛੂਤ ਦੀ ਪਰਿਭਾਸ਼ਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ, ਕਿ ਹਮ ਕਦ ਬ੍ਰਾਹਮਣ, ਹਮ ਕਦ ਤੁਮ ਕਦ ਬ੍ਰਾਹਮਣ, ਹਮ ਕਦ ਸੂਦ। ਕਹਿੰਦੇ ਸਿੱਧੀ ਗੱਲ ਹੈ। ਹੁਣੇ ਕਹਿੰਦੇ ਹੁਣ ਛੁਰੀ ਮੰਗਵਾਓ, ਹੁਣੇ ਫੇਰੋ ਆਪਣੇ ਪਿੰਡੇ 'ਤੇ। ਕਹਿੰਦੇ ਕਿ ਇਹ ਦੇਖ ਲੈਂਦੇ, ਹਮ ਕਦ ਲੋਹੂ ਤੁਮ ਕਦ ਦੂਧ। ਹੁਣੇ ਅੱਜ ਹੀ ਫੈਸਲਾ ਹੋ ਜੇ ਤੁਸੀਂ ਬ੍ਰਾਹਮਣ ਉੱਚੀ ਜਾਤ ਦੇ, ਜੇ ਮੈਂ ਨੀਵੀਂ ਜਾਤ ਦਾ, ਤੇ ਹੁਣੇ ਲੈ ਕੇ ਨਾ ਫੇਰਦੇ ਹਾਂ। ਜੇ ਮੇਰੀ ਰਗਾਂ 'ਚੋਂ ਲਹੂ ਨਿਕਲੇ, ਤੁਹਾਡੀ ਰਗਾਂ 'ਚੋਂ ਦੁੱਧ ਨਿਕਲੇ, ਤਾਂ ਮੈਂ ਮੰਨਾਂਗਾ ਕਿ ਤੁਸੀਂ ਬ੍ਰਾਹਮਣ ਹੋ ਤੇ ਮੈਂ ਸ਼ੂਦਰ ਹਾਂ। ਜੇ ਤੁਹਾਡੀ ਰਗਾਂ 'ਚ ਵੀ ਲਹੂ ਹੀ ਨਿਕਲਣਾ,
ਮੇਰੇ ਅੰਦਰ ਵੀ ਲਹੂ, ਸਾਰੇ ਉਸ ਤੋਂ ਹੀ ਬਣੇ ਆ, ਫਿਰ ਕਾਹਦੀ ਛੂਆ ਛਾਤ, ਸਭ ਬਣਾਈ ਉਸ ਪਾਰਬ੍ਰਹਮ ਪਰਮੇਸ਼ਵਰ ਨੇ। ਅਛੂਤ ਦਾ ਮਤਲਬ ਹੈ ਕਿ ਉਹਦੇ ਉੱਤੇ ਕੋਈ ਛੂਆ ਛਾਤ ਵਾਲੀ ਭਾਵਨਾ ਕੋਈ ਅਸਰ ਨਹੀਂ ਪਾਉਂਦੀ, ਉਹਦੇ ਉੱਤੇ ਕੋਈ ਇਹਦਾ ਦੂਸਰਾ ਅਰਥ ਵੀ ਕੀਤਾ ਛੂਤ, ਛੂ ਲੈਣਾ। ਅਛੂਤ ਦਾ ਮਤਲਬ ਕਿ ਕੋਈ ਤੈਨੂੰ ਸਪਰਸ਼ ਨਹੀਂ ਕਰ ਸਕਦਾ। ਕੋਈ ਕਹੇ ਕਿ ਰੱਬ ਮੈਂ ਤੈਨੂੰ ਫੜ ਲਿਆ, ਇਸ ਕਰਕੇ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਵਰ ਤੂੰ ਅਛੂਤ ਹੈ ਜੀ। ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ। ਅਲੋਕ, ਲੋਕ ਦਾ ਮਤਲਬ ਲੋਨ, ਨੈਣ ਵੀ ਆਖਿਆ, ਲੋਚਨ ਵੀ ਆਖਿਆ, ਕਿ ਦਿਸਦਾ ਨਹੀਂ। ਕੋਈ ਕਹੇ ਕਿ ਮੈਂ ਤੈਨੂੰ ਦੱਸਾਂ ਵਾਹਿਗੁਰੂ ਤੂੰ ਇੱਥੇ ਹੀ ਵਸਦਾ ਹੈ, ਪਰ ਸੱਚ ਇਹ ਹੈ ਅਲੋਕ ਹੈ। ਅਸ਼ੋਕ, ਸੋਗ, ਸਭ ਨੂੰ ਸੋਕ ਹੈ, ਸਭ ਨੂੰ ਇਸ ਧਰਤੀ 'ਤੇ ਗਮੀ ਹੈ, ਸੋਕ ਹੈ, ਪਰ ਤੈਨੂੰ ਸੋਕ ਨਹੀਂ ਵਾਹਿਗੁਰੂ ਕੋਈ। ਅਕਰਮ, ਸਾਰੇ ਕਰਮਾਂ ਦੇ ਵੱਜੇ ਹੋਏ, ਸਭ ਦੇ ਉੱਤੇ ਕਰਮਾਂ ਦੇ ਲੇਖੇ ਹੈ, ਪਰ ਵਾਹਿਗੁਰੂ ਤੂੰ ਕਰਕੇ ਵੀ ਅਕਰਮ ਹੈ, ਕਿਸੇ ਵੀ ਕਰਮ ਦਾ ਵੱਜਿਆ ਨਹੀਂ ਹੋਇਆ। ਅਭਰਮ, ਸਾਰਿਆਂ ਨੂੰ ਭਰਮ ਹੈ, ਸਭ ਨੂੰ ਭਰਮ ਹੈ। ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ, ਸਭ ਨੂੰ ਅਭਰਮ, ਸਭ ਨੂੰ ਭਰਮ ਹੈ। ਵਾਹਿਗੁਰੂ ਸੱਚ ਤੇ ਇਹ ਹੈ ਕਿ ਤੁਸੀਂ ਅਭਰਮ ਹੋ ਜੀ। ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ। ਐਸੇ ਅਲੋਕ ਦਾ ਦੂਸਰਾ ਅਰਥ ਵੀ ਕੀਤਾ ਕਿ ਸਾਰੇ ਲੋਕ ਤੁਹਾਡੇ ਨੇ, ਪਰ ਕਿਸੇ ਵੀ ਲੋਕ ਵਿੱਚ ਤੁਹਾਨੂੰ ਕੋਈ ਖਾਸ ਨਹੀਂ ਦੇ ਸਕਦਾ, ਕਿ ਨਿਰਲੇਪ ਹੋ। ਅਸ਼ੋਕ, ਸ਼ੋਕ ਤੋਂ ਪਰਾਂ, ਅਕਰਮ, ਕਰਮਾਂ ਤੋਂ ਪਰਾਂ, ਅਭਰਮ, ਕੋਈ ਭਰਮ ਨਹੀਂ। ਅਜੀਤ, ਕੋਈ ਜਿੱਤ ਨਹੀਂ ਸਕਿਆ ਅੱਜ ਤੱਕ ਤੁਹਾਨੂੰ, ਅਜੀਤ ਹੋ। ਅਭੀਤ, ਕੋਈ ਡਰ ਨਹੀਂ ਤੁਹਾਨੂੰ। ਅਬਾਹ, ਬਾਹ ਕਹਿੰਦੇ ਵਾਹਨ, ਦੋ ਅਰਥ ਕੀਤੇ ਨੇ। ਬਾਹਾਂ ਤੋਂ ਬਿਨਾਂ ਵੀ ਭਾਵ ਕਿ ਕਾਰਜ ਕਰਨ ਵਾਲਾ ਬੰਦਾ, ਵੈਸੇ ਬਾਹ ਕਹਿੰਦੇ ਵਾਹਨ, ਕਿ ਸਾਰਿਆਂ ਨੂੰ ਕਿਸੇ ਨਾ ਕਿਸੇ ਵਾਹਨ ਦੀ ਮੁਤਾਜਗੀ ਹੈ ਤੁਰਨ ਫਿਰਨ ਲਈ, ਪਰ ਤੁਹਾਨੂੰ ਕੋਈ ਵਾਹਨ ਦੀ ਮੁਤਾਜਗੀ ਨਹੀਂ। ਹਰ ਥਾਂ 'ਤੇ ਤੁਸੀਂ ਮੌਜੂਦ ਹੋ, ਜਾ ਸਕਦੇ ਹੋ। ਅਗਾਹ, ਗਾ ਨਹੀਂ ਸਕਦਾ ਕੋਈ, ਤੁਹਾਡਾ ਪਰਲਾ ਬੰਨਾ ਨਹੀਂ ਲੱਭ ਸਕਦਾ ਜੀ। ਅਗਾਹ ਹੋ ਜੀ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਸਭ ਨੂੰ ਇੱਥੇ ਮਾਨ ਦੀ, ਸਭ ਨੂੰ ਇੱਥੇ ਭੁੱਖ ਹੁੰਦੀ ਹੈ ਵੀ ਸਾਨੂੰ ਵੀ ਸਰੋਪਾ ਮਿਲੇ, ਪਰ ਸੱਚੀ ਇਹ ਹੈ ਕਿ ਵਾਹਿਗੁਰੂ ਤੁਹਾਨੂੰ ਕਰਕੇ ਵੀ ਕਿਸੇ ਚੀਜ਼ ਦੇ ਮਾਨ ਦੀ ਭੁੱਖ ਨਹੀਂ ਹੈ। ਅਮਾਨ ਹੋ, ਅਸੀਂ ਸਰੋਪੇ ਚਾਹੁੰਦੇ ਹਾਂ, ਪਰ ਕੋਈ ਸਾਨੂੰ ਧੱਕਾ ਮਾਰੇ ਉਹ ਅਸੀਂ ਕਬੂਲ ਨਹੀਂ ਕਰ ਸਕਦੇ। ਨਿੰਦਾ ਸਾਨੂੰ ਕਬੂਲ ਨਹੀਂ, ਉਸ ਸਾਨੂੰ ਕਬੂਲ ਹੈ। ਆਓ ਭਗਤ ਸਾਨੂੰ ਕਬੂਲ ਹੈ। ਕੋਈ ਸਾਨੂੰ ਕਹੇ ਕਿ ਨਹੀਂ 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 ਅਸੀਂ ਤੁਹਾਨੂੰ ਨਹੀਂ ਜਾਣਦੇ, ਇਹ ਸਾਨੂੰ ਕਬੂਲ ਨਹੀਂ। ਪਰ ਸੱਚ ਇਹ ਹੈ ਕਿ ਤੂੰ ਵਾਹਿਗੁਰੂ ਅਮਾਨ ਹੈ, ਮਾਨ ਦੀ ਤੈਨੂੰ ਕੋਈ ਭੁੱਖ ਹੀ ਨਹੀਂ। ਕੋਈ ਕਹੇ ਨਾ ਕਿ ਮਾਨ ਕਰਕੇ ਰੱਬ, ਕੋਈ ਕਹੇ ਕਿ ਮੇਰਾ ਨਾਮ ਜਪੋ ਤਾਂ ਕਿ ਮਾਨ ਹੋਏ। ਇੱਥੇ ਹਰ ਕੋਈ ਆਪਣਾ ਨਾਮ ਜਪਾ ਰਿਹਾ, ਦੂਸਰੇ ਨੂੰ ਆਪਣੀ ਮਸ਼ਹੂਰੀ ਕਰਾਉਣਾ ਚਾਹੁੰਦਾ ਹੈ ਤਾਂ ਕਿ ਮੇਰਾ ਮਾਨ ਵਧੇ। ਪਰ ਵਾਹਿਗੁਰੂ ਦੁਨੀਆ ਦੇ ਵਿੱਚ ਤੇਰਾ ਨਾਂ ਤਾਂ ਨਹੀਂ ਲੋਕੀ ਜਪ ਰਹੇ ਕਿ ਤੇਰਾ ਮਾਨ ਹੋਏ, ਕਿਉਂਕਿ ਤੂੰ ਅਮਾਨ ਹੈ। ਮਾਨ ਦੀ ਤੈਨੂੰ ਲਾਲਸਾ ਨਹੀਂ ਹੈ। ਅਮਾਨ ਕਿਹਾ ਇਹਨੂੰ। ਨਿਦਾਨ ਹੈ, ਖਜ਼ਾਨਾ ਹੈ, ਅਨੇਕ ਹੈ। ਹਾ ਹਾ ਹਾ, ਸਾਰਿਆਂ ਵਿੱਚ ਹੈ, ਸਾਰਿਆਂ ਵਿੱਚ। ਕਿਹੜੇ ਕਿਹੜੇ ਰੂਪ ਬਿਆਨ ਕਰੀਏ ਵਾਹਿਗੁਰੂ ਜੀ, ਸਾਰੇ ਤੈਨੂੰ ਗਾ ਰਹੇ ਨੇ, ਸਾਰੇ ਤੇਰੇ ਬਣਾਏ ਹੋਏ ਨੇ। ਅਨੇਕ ਹੋ ਕੇ ਵੀ ਫਿਰ ਏਕ ਹੈ, ਫਿਰ ਵੀ ਤੂੰ ਵਾਹਿਗੁਰੂ ਇੱਕ ਹੈ ਜੀ। ਭੁਜੰਗ ਪ੍ਰਿਆਤ ਛੰਦ, ਨਮੋ ਸਰਬ ਮਾਨੇ, ਸਮਸਤੀ ਨਿਧਾਨੇ, ਨਮੋ ਦੇਵ ਦੇਵੇ, ਆਪੇਖੀ ਆਪੇਵੇ। ਫਿਰ ਸੱਪ ਦੀ ਚਾਲ ਵਾਲਾ ਛੰਦ ਸ਼ੁਰੂ ਹੋ ਗਿਆ। ਤੁਸੀਂ ਆਪ ਹੀ ਟੇਡਾ ਟੇਡਾ ਪੜ੍ਹ ਰਹੇ ਹੋ ਜੀ। ਇਹ ਚਾਰ ਭੁਜੰਗਾਂ ਵਾਲਾ, ਨਮੋ ਸਰਬ ਮਾਨੇ, ਸਮਸਤੀ ਨਿਧਾਨੇ, ਨਮੋ ਹੀ। ਇਹਨੂੰ ਭੁਜੰਗ, ਇਹਨੂੰ ਸੱਪ ਦੀ ਇੱਕ ਅੱਖਰਾਂ ਵਾਲਾ ਛੰਦ ਵੀ ਸਭ ਤੋਂ ਖੂਬਸੂਰਤ ਛੰਦਾਂ ਦੀ ਖੂਬਸੂਰਤੀ ਰੱਖਦਾ ਹੈ ਕਿ ਇੱਕ ਅੱਖਰ ਆਪਣੇ ਆਪ ਦੇ ਵਿੱਚ ਪੂਰਨ ਕਰਦਾ ਹੈ ਛੰਦ ਨੂੰ। ਉਹ ਅੱਗੇ ਅਸੀਂ ਪੜਾਂਗੇ। ਭੁਜੰਗ ਪ੍ਰਿਆਤ ਛੰਦ, ਭੁਜੰਗ ਛੰਦ ਹੈ ਜੀ। ਪ੍ਰਿਆਤ ਦਾ ਜ਼ਿਕਰ ਅੱਗੇ ਕਰਾਂਗੇ। ਨਮੋ ਸਰਬ ਮਾਨੇ, ਸਾਰੇ ਵਾਹਿਗੁਰੂ ਤੈਨੂੰ ਮੰਨਦੇ ਨੇ, ਸਭ ਤੈਨੂੰ ਮੰਨਦੇ ਨੇ। ਮੁਹੰਮਦ ਸਾਹਿਬ ਨੇ ਤੈਨੂੰ ਮੰਨਿਆ, ਮੂਸਾ ਨੇ ਤੈਨੂੰ ਮੰਨਿਆ, ਈਸਾ ਜੀ ਨੇ ਤੁਹਾਨੂੰ ਮੰਨਿਆ, ਸ਼੍ਰੀ ਰਾਮਚੰਦਰ ਨੇ, ਕ੍ਰਿਸ਼ਨ ਜੀ ਨੇ, ਬ੍ਰਹਮਾ ਜੀ ਨੇ, ਵਿਸ਼ਨੂੰ ਜੀ ਨੇ, ਮਹੇਸ਼ ਜੀ ਨੇ, ਕਿਹਦੀ ਗਿਣਤੀ ਕਰੀਏ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਧਿਆਇਆ, ਗੁਰੂਆਂ ਨੇ ਤੁਹਾਨੂੰ ਧਿਆਇਆ, ਗੁਰੂ ਗ੍ਰੰਥ ਸਾਹਿਬ ਜੀ ਸਾਰੇ ਹੀ ਤੁਹਾਡੀ ਇਬਾਦਤ ਹੈ। ਤੁਹਾਨੂੰ ਮੰਨਣ ਵਾਸਤੇ ਸਾਡੇ ਮਨ ਨੂੰ ਮਨਾਉਣ ਦੀ ਇੱਕ ਜੁਗਤ ਹੈ। ਨਮੋ, ਨਮਸਕਾਰ ਹੈ ਵਾਹਿਗੁਰੂ। ਕਿਉਂ? ਸਰਬ ਮਾਨੇ, ਸਾਰੇ ਤੈਨੂੰ ਮੰਨ ਰਹੇ ਨੇ, ਸਭ ਤੈਨੂੰ ਹੀ ਮੰਨਦੇ ਨੇ। ਸਮਸਤੀ ਨਿਧਾਨੇ, ਸਮਸਤ ਸਾਰਾ ਕੁਝ ਸੰਸਕ੍ਰਿਤ ਦਾ ਲਫ਼ਜ਼ ਹੈ। ਨਿਧਾਨ ਖਜ਼ਾਨਾ, ਸਭ ਨੂੰ ਦੇਣ ਵਾਲਾ ਵਾਹਿਗੁਰੂ ਤੂੰ ਹੈ। ਕੋਈ ਹੋਰ ਹੋਏ ਦੇਣ ਵਾਲਾ, ਬੁਰੇ ਨੂੰ ਬੁਰਾਈ ਦੇਣ ਵਾਲਾ ਵੀ ਤੂੰ ਹੈ, ਖਜ਼ਾਨਾ ਤੇਰੇ ਕੋਲ ਹੈ। ਚੰਗਿਆਈ ਨੂੰ, ਚੰਗੇ ਨੂੰ ਚੰਗਿਆਈ ਦੇਣ ਵਾਲਾ ਵੀ ਤੂੰ ਹੈ। ਹਰ ਇੱਕ ਚੀਜ਼ ਹੈ। ਕਲੇਸ਼ੀ ਨੂੰ ਕਲੇਸ਼ ਦੇਣ ਵਾਲਾ ਵੀ ਤੂੰ ਹੈ, ਕਿ ਕਲੇਸ਼ਾਂ ਨੂੰ ਸੁਲਝਾਉਣ ਵਾਲੀ ਮੱਤ ਦੇਣ ਵਾਲਾ ਵੀ ਤੂੰ ਹੈ। ਇਹ ਸਭ ਕੁਝ ਇसी ਛੰਦ ਵਿੱਚ ਅਸੀਂ ਪੜ੍ਹਾਂਗੇ। ਇਸ ਕਰਕੇ ਪਹਿਲੀ ਸ਼ੁਰੂਆਤ ਇਸ ਤੋਂ ਸਮਸਤੀ, ਸਮਸਤ ਹਰ ਤਰ੍ਹਾਂ ਦਾ ਖਜ਼ਾਨਾ ਨਿਧਾਨ ਵਾਹਿਗੁਰੂ ਤੇਰੇ ਵਿੱਚ ਹੈ। ਸਾਚੇ ਸਾਹਿਬਾ
क्या नाही ਘਰ घर तेरा है, घर ता तेरा है, सब कुछ है जिस देह सो तू सब कुछ रखण वाला है। नमो देव देवे, देव देव्या, देव्या लफ्ज़ तो हुण असी घर दे विच पहलां दीवा बालदे सी। दीवा लफ्ज़ कित्थों आया? ये देव्या तो आया, रोशनी तो। ये दीवा लफ्ज़ भी देव्य तो बनिया, दिव्य तो। इत्थों ही देव बनिया रोशन, चानण, कि तू चानण नूं भी चानण करन वाला है। जिहदे अंदर चानण है, ਜਿਹੜੇ देवते ने इस धरती ते 33 करोड़, उन्हां दा भी तू वड्डा देवता है, उन्हां लई भी तू वड्डा है। इस धरती ते देवां दा भी तू देव है वाहिगुरू, सब नूं चानण देण वाला। इस करके नमस्कार है। अभेखी, कोई भेख नहीं। अभेवे, भेवे दे कई अर्थ कीते ने, भै वाला भी कीता है, अभेव दूसरा इहदा अर्थ कीता भेत वाला। इस धरती ते करोड़ां अरबां खरबां साल इकट्ठे होके कोई बंदगी कर ले तां भी वाहिगुरू तेरा भेत नहीं पाया जा सकदा। किहो जिहा भेत है जिन्होंने गुरु तेग बहादुर साहब कहते हर की गत ना को जाना, जोगी जति तपी पच हारे, अरबो लोक सियाणे, तुहाडा भेत नहीं पाया जा सकदा जी। जपो जी। नमो काल काले, नमो सर्ब पाले, नमो सर्ब गौणे, नमो सर्ब पौणे। तू काल दा भी काल है, मौत नूं भी मौत पा देगा तू। काल मौत नूं कहिंदे है ना, तू मौत नूं भी मौत लैके आउण वाला है। दुनिया नूं मौत आएगी पर तू मौत नूं भी मारन वाला है। काल दा भी काल है, सिरमौर है वाहिगुरू तू। तू मौत नूं अपने हुक्म विच नचाउण वाला है ते मौत नूं भी तू मारन वाला है। जे तू चाहे कि कोई किसी बंदे नूं मौत आ जाए तो उन्होंने नहीं मारेगा, तू हो सकता मौत नूं मार के उन्होंने बचा ले। तू काल काले है, काल दा भी काल है। इस करके नमो नमस्कार है। नमो सर्ब पाले, सब की प्रतिपालना करने वाला है, सब नूं पालन वाला। असीं अपने जीआं दे घर दे 4 5 6 7 जीआं नूं पाल के माण करदे हां, पर वाहिगुरू तेरा परिवार कितना वड्डा है, संसारक, सब नूं पालदा है तू। नमस्कार है। नमो सर्ब गौणे, सारे गुण, गुण वाले भी इनू क्या, वैसे गौणे का मतलब है गुण। गौणे का दूसरा अर्थ किया कि सारे तैनू गाउंदे ने। ये होर भी बेअंत अर्थ ने, हुण कल करांगे, अज समा इजाजत नहीं देंदा। अज थोड़े जे छंत अगे, क्योंकि ये लफ्ज़ अगे भी रिपीट होएगा। नमो सर्ब गौणे, गौणे का मतलब भरिया होया भी सब दे अंदर वजदा है तू। नमो सर्ब भौणे, भौणे का मतलब भरपूर करने वाला भी, सब नूं रिजक देण वाला भी, सब नूं पालना पोषणा करने वाला, सारा कुछ तू है जी। अनंगी अनाथे नृसंगी प्रमाथे, नमो पान पाने, नमो मान माने। अनंगी, अंगा तो तू परा है। कोई अंग कोई दसे, कोई रब नूं किहड़े अंग नूं मैं वेख्या रब दे, नहीं, अनंगी है। अनाथे, नाथ, सारियां दा नाथ तू है, पर तेरा कोई नाथ नहीं हो सकता, तैनू कोई नथ नहीं पा सकता। असीं सारे नथे होए, नक नथ खसम हथ किरत, धक्के दे जहाँ दाने तहाँ खाने, नानका सच है। पर तू अनाथ है, तेरा कोई सिर ते नाथ नहीं। नृसंगी प्रमाथे, सब नूं संगियां दी लोड़ है, सब संग भालदे आ भाई, सब नूं साथ चाहिदा, पर तू वाहिगुरू नृसंगी है, तैनू किसी दे साथ दी लोड़ नहीं है। प्रमाथे, प्रमाथे दे अर्थ भी अगे असी पढ़ांगे जी। नमो पान पाने, नमो मान माने, नमो चंद्र चंद्रे, नमो पान पाने, नमो गीत गीते, नमो तान ताने। भान दे भी बहुत अर्थ होए ने जी। भान, भान कहंदे आ जी सूरज नूं। भान कि सूरज का भी तू सूरज है। कोई कहे कि गुरु गोबिंद सिंह साहब सूरज के पुजारी सन, कि वो भी सूरज ते चंद्रमा नूं पूजदे सन, पर स्पष्ट किया है कि भान का मतलब है सूरज। भान का जिक्र भी तो किया, बाणी दे विच भी आया, समरथ गुरु सिर हाथ धरियो, गुर कीनी कृपा हर नाम दियो, जिस देख चरण अगन हरियो, निसबासर एक समान ध्यान, सुनाम सुनै सुत भान डरियो। सुत भान, सुत कहते पुत्र, भान कहते सूरज, सूरज का पुत्र है जमदूत, ਇਹਦਾ ਜ਼ਿਕਰ ਆਇਆ। ਭਾਨ ਦਾ ਮਤਲਬ ਹੈ ਸੂਰਜ, ਸੂਰਜਾਂ ਦਾ ਸੂਰਜ ਤੂੰ ਹੈ, ਸੂਰਜਾਂ ਨੂੰ ਪ੍ਰਕਾਸ਼ ਦੇਣ ਵਾਲਾ ਤੂੰ ਹੈ, ਕਈ ਸੂਰਜ ਤੂੰ ਬਣਾਏ। ਨਮੋ ਮਾਨ ਮਾਨੇ, ਹਰ ਇੱਕ ਦੇ ਮਾਨ ਦਾ ਵੀ ਤੂੰ ਮਾਣ ਹੈ, ਹਰ ਇੱਕ ਨੂੰ ਮਾਣ ਦੇਣ ਵਾਲਾ ਵੀ ਤੂੰ ਹੈ। ਮਨੇ, ਜਿਹੜੇ ਲੋਕ, ਮਾਨ ਦਾ ਮਤਲਬ ਹੈ ਮੰਨਿਆ ਲੋਕ ਨੇ ਨਾ, ਮੰਨੇ ਹੋਏ ਲੋਕਾਂ ਦਾ ਵੀ ਤੂੰ ਮੰਨਿਆ ਹੋਇਆ। ਜਿਹੜੇ ਲੋਕ ਇੱਥੇ ਸਤਿਕਾਰ ਪਾਉਂਦੇ ਨੇ ਨਾ ਵੱਡੇ ਵੱਡੇ, ਉਹਨਾਂ ਲੋਕਾਂ ਦਾ ਵੀ ਸਤਿਕਾਰ ਤੂੰ ਹੀ ਹੈ। ਮਾਨੇ ਉਹ ਵੀ ਲੋਕ ਤੈਨੂੰ ਹੀ ਮੰਨਦੇ ਨੇ। ਨਮੋ ਚੰਦਰ ਚੰਦਰੇ, ਚੰਦਰ ਦਾ ਚੰਦਰ, ਚੰਦਰਮਾ ਦਾ ਵੀ ਤੂੰ ਚੰਦਰਮਾ, ਭਾਵ ਚੰਦਰਮਾ ਨੂੰ ਬਣਾਉਣ ਵਾਲਾ ਵੀ ਤੂੰ ਹੈ।
ਉਹਦੀ ਚਾਨਣੀ ਵੀ ਦੇਣ ਵਾਲਾ ਤੂੰ ਹੈ, ਉਹਦੀ ਠੰਡਕ ਵੀ ਦੇਣ ਵਾਲਾ ਤੂੰ ਹੈ, ਪ੍ਰਕਾਸ਼ ਦੇਣ ਵਾਲਾ ਵੀ ਤੂੰ ਹੈ। ਨਮੋ ਭਾਨ ਭਾਨੇ ਫਿਰ ਆਇਆ ਜੀ ਇਹ, ਨਮੋ ਭਾਨ ਭਾਨੇ ਸੂਰਜ ਰੂਪ ਦੇ ਵਿੱਚ। ਨਮੋ ਗੀਤ ਗੀਤੇ, ਗੀਤ ਅਸਲ ਦੇ ਵਿੱਚ ਪ੍ਰੇਮ ਨੂੰ ਕਿਹਾ, ਪ੍ਰੇਮ ਵਿੱਚੋਂ ਹੀ ਗੀਤ ਪੈਦਾ ਹੁੰਦੇ ਆ। ਅਸੀਂ ਕੀਰਤਨ ਕਰਦੇ ਹਾਂ ਪ੍ਰੇਮ ਵਿੱਚੋਂ ਹੀ, ਅਸੀਂ ਰਾਗ ਪੜ੍ਹਦੇ ਹਾਂ ਅਨੁਰਾਗ ਵਿੱਚੋਂ ਹੀ, ਕਿ ਤੂੰ ਪ੍ਰੇਮ ਦੀ ਮੂਰਤ ਹੈ ਵਾਹਿਗੁਰੂ, ਤੇਰੇ ਅੰਦਰ ਨਫ਼ਰਤ ਨਹੀਂ ਕੋਈ, ਤੂੰ ਗੀਤ ਹੈ, ਤੂੰ ਇੱਕੋ ਗੀਤ ਇੱਕੋ ਲੈਅ ਦੇ ਵਿੱਚ, ਇੱਕੋ ਲੋਰ ਦੇ ਵਿੱਚ, ਇੱਕੋ ਸੁਰ ਵਿੱਚ ਗਾਉਣ ਵਾਲਾ, ਤੂੰ ਸੱਚੀ ਪ੍ਰੇਮ ਦਾ ਇੱਕ ਮੁਜੱਸਮਾ ਹੈ। ਨਮੋ ਗੀਤ ਗੀਤੇ ਨਮੋ ਤਾਨ ਤਾਨੇ। ਇਹ ਕੋਈ ਗੀਤਕਾਰ ਤਾਨਾ ਲਾਉਂਦਾ ਹੈ, ਮੁਰਕੀਆਂ ਲਾਉਂਦਾ ਹੈ, ਕੋਈ ਸੁਰ ਵਿੱਚ ਗਾਉਂਦਾ, ਕੋਈ ਉੱਚਾ ਗਾਉਂਦਾ, ਕੋਈ ਨੀਵਾਂ ਗਾਉਂਦਾ, ਕੋਈ ਖਰਜ ਦਾ ਤੇ ਕੋਈ ਤੀਜੇ ਚੌਥੇ ਕਾਲੇ ਦਾ, ਚੌਥੇ ਚਿੱਟੇ ਦਾ ਗਾਉਂਦਾ। ਤਾਨਾ ਲਾਉਣ ਦੇ ਵਿੱਚ ਵੀ ਤੂੰ ਹੈ ਵਾਹਿਗੁਰੂ। ਕੋਈ ਇਹ ਕਹੇ ਕਿ ਗਵਈਆਂ ਵਿੱਚ ਕੋਈ ਹੋਰ ਹੋਏ, ਨਹੀਂ, ਗੀਤ ਗਾਉਣ ਵਾਲਾ ਵੀ ਤੂੰ ਹੈ, ਗਵਾਉਣ ਵਾਲਾ ਵੀ ਤੂੰ ਹੈ ਤੇ ਗੀਤ ਵੀ ਤੂੰ ਹੈ, ਤਾਨਾ ਵੀ ਤੂੰ ਹੈ। ਤਾਨੇ ਤੇ ਜਿਹੜੀ ਤਾਨ ਲਾ ਰਿਹਾ ਉਹਦੇ ਵਿੱਚ ਬੈਠ ਕੇ ਤਾਨਾ ਲਵਾਉਣ ਵਾਲਾ ਵੀ ਤੂੰ ਹੈ। ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਅੱਜ ਆਪ ਸਮਾਂ ਸਮਾਪਤੀ ਵਾਲਾ ਹੈ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਕਿਉਂਕਿ ਹੁਣੇ ਹੀ ਆਪ ਜੀ ਨੂੰ ਸਰਦਾਰ ਦਲੀਪ ਸਿੰਘ ਜੀ ਨੇ ਬੇਨਤੀ ਕੀਤੀ ਹੈ ਕਿ ਰਾਤਰੀ ਦਾ ਸਮਾਗਮ ਹੈ ਜੀ। ਤਕਰੀਬਨ ਹੁਣ ਭਾਈ ਗੁਰਦਾਸ ਹਾਲ ਦੇ ਵਿੱਚ ਸਮਾਗਮ ਸ਼ੁਰੂ ਹੋਏਗਾ 12:30 ਵਜੇ ਸ਼ੁਰੂ ਹੋਣਾ ਸਮਾਗਮ, 11:30 10:30 ਵਜੇ 11 11:30 ਵਜੇ ਸਮਾਗਮ ਸ਼ੁਰੂ ਹੋਣਾ, 11 11:30। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਆ ਸਕਦੇ ਉਹ ਇਸ ਸਮਾਗਮ ਸਿਮਰਨ ਸਮਾਗਮ ਵਿੱਚ ਜੁੜਨ। 3 ਦਿਨ ਹੁਣ ਕਥਾ ਨਹੀਂ ਹੋਏਗੀ, ਵਕਫਾ ਹੈ 3 ਦਿਨਾਂ ਤੋਂ ਬਾਅਦ। ਇਸ ਕਰਕੇ ਮੈਂ ਥੋੜ੍ਹੇ ਜਿਹੇ ਅਰਥ ਪਿਛਲੇ ਛੱਡ ਦਿੱਤੇ ਨੇ, ਕਿਉਂਕਿ ਇਸ ਪਦੇ ਦੀ ਅਸੀਂ ਫਿਰ ਵਿਚਾਰ ਥੋੜ੍ਹੀ ਜਿਹੀ ਪੰਛੀ ਝਾਤ 3 ਦਿਨਾਂ ਬਾਅਦ 19 20 21 3 ਦਿਨ ਹੁਣ ਅਖੰਡ ਕੀਰਤਨੀ ਸਮਾਗਮ ਹੈ। ਅਖੰਡ ਕੀਰਤਨੀ ਸਮਾਗਮ ਤੋਂ ਬਾਅਦ ਫਿਰ 22 ਤਰੀਕ ਤੋਂ ਫਿਰ ਕਥਾ ਦੀ ਸੇਵਾ ਆਪ ਸੰਗਤਾਂ ਦੇ ਚਰਨਾਂ 'ਚ ਫਿਰ ਸ਼ੁਰੂ ਕਰਾਂਗੇ। ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਗਲਤੀਆਂ ਆਪ ਬਖਸ਼ ਦੇਣਾ ਜੀ। ਧੰਨਵਾਦ ਹੈ ਜੀ। ਭੁੱਲਾਂ ਚੁੱਕਾਂ ਬਖਸ਼ੋ, ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।